ਜਦੋਂ ਮਨੁੱਖ ਨੂੰ ਇਹ ਦੱਸਦੇ ਨੇ ਮੁਕਤੀ ਕਿਹਦੇ ਤੋਂ ਲੈਣੀ ਹੈ, ਜ਼ਿੰਦਗੀ ਦੀ ਸਮਝ ਕਿਸ ਤੋਂ ਲੈਣੀ ਹੈ, ਉਹਦੇ ਲੈਣ ਦਾ ਉਸ ਮਨੁੱਖ ਦੀਆਂ ਨਿਸ਼ਾਨੀਆਂ ਵੀ ਦੱਸਦੇ ਨੇ। ਜਿਸ ਮਨੁੱਖ ਦੇ ਕੋਲ ਇਹ ਵਾਲੇ ਗੁਣ ਹੋਣ ਉਹਦੇ ਕੋਲ ਮੁਕਤੀ ਹੁੰਦੀ ਹੈ। ਇੱਕ ਤੇ ਮਹਾਰਾਜ ਕਹਿੰਦੇ ਨੇ ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ। ਜਿਹਦੇ ਕੋਲ ਨਾ ਖੁਸ਼ੀ ਹੈ ਨਾ ਗਮੀ ਹੈ। ਇਹ ਨਹੀਂ ਕਹਿੰਦੇ ਜੇ ਤੂੰ ਮੁਕਤੀ ਜਾਣਨੀ ਹੈ ਉਹਦੇ ਕੋਲ ਜਾ ਜਿਹਨੇ ਬੜੀਆਂ ਕਿਤਾਬਾਂ ਪੜ੍ਹੀਆਂ ਹੋਣ, ਵੇਦਾਂਤ ਪੜ੍ਹਿਆ ਹੋਏ, ਆਤਮ ਦੇ ਕੀ ਲੱਛਣ ਹੁੰਦੇ ਨੇ, ਬ੍ਰਹਮ ਗਿਆਨੀ ਦੇ ਕੀ ਲੱਛਣ ਹੁੰਦੇ ਨੇ, ਆਤਮ ਪਸਾਰਾ ਕਿਵੇਂ ਵਾਪਰਿਆ ਹੈ, ਉਹ ਤੋਂ ਨਾ ਜਾਣ। ਕਿਤੋਂ ਜਾਣਨਾ ਹੈ? ਜਿਹਨੇ ਆਪਣੀ ਜ਼ਿੰਦਗੀ 'ਚ ਇਸ ਚੀਜ਼ ਨੂੰ ਅਪਣਾ ਲਿਆ ਔਰ ਜਿਹੜਾ ਹਰਖ ਤੇ ਸੋਗ ਵਿੱਚ ਸਮ ਹੋ ਗਿਆ, ਉਹ ਤੋਂ ਜਾਣ। ਭਾਵ ਪੜ੍ਹੇ ਦੇ ਕੋਲ ਨਾ ਸਮਝੇ, ਜਿਹਨੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਿਆ ਉਹ ਤੋਂ ਸਮਝੇ, ਜਿਸ ਨੇ ਪ੍ਰਾਪਤੀ ਕਰ ਲਈ ਉਹ ਤੋਂ ਸਮਝੇ। ਤਾਂ ਹੀ ਕਹਿੰਦੇ ਨੇ ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਉਹਦੇ ਕੋਲ ਮੁਕਤੀ ਦਾ ਪਤਾ ਲੱਗੇਗਾ। ਕਿਉਂਕਿ ਹੋ ਸਕਦਾ ਹੈ ਗਿਆਨ ਜਿਨ੍ਹਾਂ ਨੇ ਜਾਣਕਾਰੀਆਂ ਇਕੱਠੀਆਂ ਕੀਤੀਆਂ ਨੇ ਉਹਨਾਂ ਦੀ ਬੜੀ ਭੀੜ ਹੋ ਸਕਦੀ ਹੈ ਦੁਨੀਆ 'ਤੇ, ਪਰ ਉਹਨਾਂ ਦੀ ਗੱਲਾਂ ਦੇ ਵਿੱਚ ਰਸ ਨਹੀਂ ਹੋਏਗਾ, ਨਿਰਸਤਾ ਹੋਏਗੀ। ਕਿਉਂ? ਆਪ ਹੀ ਨਹੀਂ ਜਾਣਿਆ। ਜਿਵੇਂ ਕੋਈ ਮਨੁੱਖ ਅਮਰੀਕਾ ਦੇ ਬਾਰੇ ਬਹੁਤ ਲਿਟਰੇਚਰ ਪੜ੍ਹੇ, ਉੱਥੋਂ ਦਾ ਆਰਕੀਟੈਕਚਰ, ਮਕਾਨਾਂ ਦਾ ਡਿਜ਼ਾਈਨ ਕੈਸਾ ਹੈ, ਸੰਸਕ੍ਰਿਤੀ ਕੈਸੀ ਹੈ, ਲੋਕੀ ਕਿਵੇਂ ਰਹਿੰਦੇ ਨੇ, ਕਿਵੇਂ ਉਹਨਾਂ ਦੀ ਜ਼ਿੰਦਗੀ ਚੱਲਦੀ ਹੈ, ਇਹਦੇ ਬਾਰੇ ਪੜ੍ਹ ਲਵੇ। ਪਰ ਜੇ ਕਦੇ ਉਹ ਅਮਰੀਕਾ ਗਿਆ ਹੀ ਨਹੀਂ, ਫਿਰ ਜਦੋਂ ਉਹ ਅਮਰੀਕਾ ਦੀ ਗੱਲ ਕਰੇਗਾ ਉਹਦੀ ਗੱਲ ਦੇ ਵਿੱਚ ਉਹ ਰਸ ਨਹੀਂ ਹੋਣਾ, ਫਿਰ ਉਹ ਸਮਝਾਉਣ ਦੇ ਕਾਬਿਲ ਨਹੀਂ ਹੋ ਪਾਏਗਾ, ਨਾ ਕਾਬਿਲ ਹੋ ਜਾਏਗਾ। ਫਿਰ ਐਸੇ ਮਨੁੱਖਾਂ ਦੀ ਕਹੀ ਹੋਈ ਗੱਲ ਦਾ ਅਸਰ ਵੀ ਨਹੀਂ ਹੁੰਦਾ, ਕਿਉਂ? ਕਮਾਈ ਹੀ ਨਹੀਂ। ਜੋ ਚੀਜ਼ ਕਮਾਉਣ ਵਿੱਚ ਨਹੀਂ ਆਈ ਉਹ ਫਿਰ ਦੱਸਣ ਵਿੱਚ ਅਸਰ ਨਹੀਂ ਕਰੇਗੀ। ਉਹੀ ਚੀਜ਼ ਦੱਸਣ ਦੇ ਵਿੱਚ ਅਸਰ ਕਰਦੀ ਹੈ ਜਿਹੜੀ ਕਮਾਈ ਹੋਏ। ਮਹਾਰਾਜ ਕਹਿੰਦੇ ਨੇ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਬਾਣੀ ਸੁਣ ਕੇ ਫਿਰ ਇਹ ਕਮਾਉਣੀ ਹੈ। ਜਿਵੇਂ ਜਿਵੇਂ ਕਮਾਈ ਜਾਏਗੀ, ਜਿਵੇਂ ਜਿਵੇਂ ਇਹਦਾ ਸੈਲਫ ਰਿਲਾਈਜੇਸ਼ਨ ਹੋਏਗਾ, ਸੈਲਫ ਅਨੁਭਵ ਹੋਏਗਾ, ਉਵੇਂ ਉਵੇਂ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਪ੍ਰਾਪਤ ਕਰੇਗਾ, ਖੁਸ਼ੀ ਪ੍ਰਾਪਤ ਕਰੇਗਾ। ਸੋ ਕੱਲ੍ਹ ਤਾਈਂ ਅਸੀਂ ਇੱਥੋਂ ਤਾਈਂ ਕਥਾ ਸਰਵਣ ਕੀਤੀ ਸੀ। ਭਾਈ ਬਹੋੜਾ ਜੀ ਨਾਂ ਦਾ ਇੱਕ ਸੁਨਾਰ ਜਾਤੀ ਦਾ ਸਿੱਖ ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ ਆਇਆ ਤੇ ਉਹਨੇ ਦੱਸਣਾ ਕੀਤਾ ਹੈ, ਮਹਾਰਾਜ ਮੇਰੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਦੁੱਖ ਨੇ ਔਰ ਇਹਨਾਂ ਦੁੱਖਾਂ ਦੀ ਦਾਰੂ ਕੀ ਹੈ ਉਹ ਮੈਨੂੰ ਦੱਸਣਾ ਕਰੋ, ਦਵਾਈ ਕੀ ਹੈ ਦੱਸਣਾ ਕਰੋ। ਆਓ ਹੁਣ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਿਵੇਂ ਉਸ ਦਾ ਭਲਾ ਕਰਦੇ ਨੇ ਇਸ ਦੇ ਬਾਰੇ ਜਾਣਨ ਤੇ ਸਮਝਣ ਦੀ ਕੋਸ਼ਿਸ਼ ਕਰੀਏ। ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਵੱਲੋਂ ਬਖਸ਼ੇ ਪਾਵਨ ਗੁਰਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਹਾਪਤਿਤ ਮੈਂ ਆਇਓ ਸੰਨੀ, ਰਹਿਓ ਨਾ ਗਇਓ ਕ੍ਰਿਤ ਨਿਜ ਬਰਨੀ। ਕਹਿੰਦਾ ਹੈ ਮਹਾਰਾਜ ਮੈਂ ਮਹਾਪਤਿਤ ਤੇ ਪਾਪੀ ਹਾਂ। ਜੈਸੇ ਮੈਂ ਕਰਮ ਕਰਦਾ ਹਾਂ ਮੈਂ ਦੱਸੇ ਬਿਨਾਂ ਰਹਿ ਨਹੀਂ ਸਕਿਆ। ਵੈਸੇ ਐਸੀ ਗੱਲ ਮਨੁੱਖ ਉਦੋਂ ਕਰੇਗਾ ਜਦੋਂ ਹਿਰਦੇ ਤੋਂ ਨਿਰਮਲ ਹੋ ਜਾਏਗਾ, ਜਦੋਂ ਥੋੜੀ ਜਿਹੀ ਉਸ ਦੇ ਅੰਦਰ ਪਿਆਸ ਲੱਗੇਗੀ। ਕਾਹਦੀ? ਧਰਮ ਦੀ। ਜਦੋਂ ਪਰਮੇਸ਼ਰ ਦੀ ਪਿਆਸ ਲੱਗੇਗੀ ਉਦੋਂ ਹੀ ਉਹ ਮਿਲਦਾ ਹੈ।
मैं एक दिन पहला भी बेनती की साध संगत, ਜਿਹੜੀਆਂ ਚੀਜ਼ਾਂ ਅਸੀਂ ਰੱਬ ਤੋਂ ਮੰਗੀਆਂ ਸੀ ਉਹ ਸਾਨੂੰ ਮਿਲ ਗਈਆਂ ਨੇ। 5 ਸਾਲ ਪਹਿਲਾਂ ਮੰਗੀਆਂ ਹੋਣਗੀਆਂ, ਅੱਜ ਮਿਲ ਗਈਆਂ ਨੇ। ਅੱਜ ਤੋਂ 20 ਸਾਲ ਪਹਿਲਾਂ ਜੋ ਮੰਗਿਆ ਸੀ ਅੱਜ ਮਿਲ ਚੁੱਕਿਆ ਹੈ। ਠੀਕ ਹੈ, ਇਹ ਤੇ ਦਰਿਆ ਹੈ ਇੱਛਾਵਾਂ ਦਾ, ਇਹ ਚੱਲਦਾ ਰਹਿਣਾ ਹੈ। ਉਮਰ ਹੀ ਖਤਮ ਹੋ ਜਾਂਦੀ ਹੈ, ਇੱਛਾਵਾਂ ਖਤਮ ਨਹੀਂ ਹੁੰਦੀਆਂ। ਇਹ ਤੇ ਦਰਿਆ ਦੇ ਤਰ੍ਹਾਂ ਹੈ। ਜੇ ਕੋਈ ਮਨੁੱਖ ਇਹ ਕਹਿ ਦੇਵੇ परमात्मा अज जो मैं मंग रहा हाँ मैनू एक बारी दे दे, दोबारा मैं नहीं मंगागा, ऐसा नहीं होना। ये तो वहन है, दरिया है, चलदियां रहिंदियां ने। इस करके वो गुरु जी दे कोल आया, कहंदे महाराज मैं महापापी हाँ, मैनू समझ लगी है। क्योंकि बाणी दे विच ही महाराज कहंदे ने जिनको लगी प्यास ਅੰਮ੍ਰਿਤ ਸੇ ਹੀ ਖਾਏ। ਜਦੋਂ ਤਾਈਂ ਪਿਆਸ ਹੀ ਨਹੀਂ ਲੱਗੇਗੀ ਖਾਵਾਂਗੇ ਵੀ ਕਿਵੇਂ। ਜੋ ਜੋ ਚੀਜ਼ਾਂ ਦੀ ਆਪ ਜੀ ਮੰਗ ਕਰਦੇ ਉਹ ਮਿਲ ਗਈਆਂ ਨੇ, ਅੱਗੇ ਮਿਲ ਜਾਣਗੀਆਂ। ਪਰ ਜੇ ਮਨੁੱਖ ਦੀ ਮੰਗ ਪਰਮਾਤਮਾ ਹੋ ਜਾਏ ਉਹ ਵੀ ਮਿਲ ਜਾਏਗਾ। ਮੰਗ ਹੀ ਨਹੀਂ ਹੈ, ਜਦੋਂ ਤਾਈਂ ਇਹ ਮੰਗ ਬਣੇਗੀ ਨਹੀਂ ਉਹ ਮਿਲੇਗਾ ਵੀ ਨਹੀਂ। और बाणी ये कहती है ਉਹਦਾ मिलना कोई दूर का भी नहीं। ਐਵੇਂ नहीं परमात्मा कोई मनुख है तो वह आके मिलेगा शरीरिक रूप च। ਉਹ ਤੇ सुरत ते शब्द की खेड है। गुरुद्वारे तई शरीर आता है, परमात्मा तई सुरत पहुँचती है। शरीर एक साधन है, सुरत पहुँच जाती है, मिलाप सुरत कराउंदी है। सो इस करके ये सुरत ते शब्द का पैंडा है, यही रास्ता है। शब्द गुरु सुरत धुन चेला। उन्हें आके कहा महाराज पापी ते महाकर्मी हाँ, महापापी हाँ, मैं दस चुकिया हाँ, मेरा आप जी भला करो। पूर हजूर नहीं मैं कहयो, एहो प्रताप रावर को लहयो। कहने महाराज मैं तुहाडे सामने झूठ नहीं बोलिया, तुहाडा जिहड़ा प्रताप है, तुहाडी बंदगी है, इस नूं वेखदियां मैं सच ही बोल दिता है। नाम गरीब निवाज तुम्हारा, पतित उदाहरण बिरद उदारा। तुहाडे दो नाम उन्हें महाराज जी दे गिणे ने। भाई बहोड़ा कहंदा तुहानूं लोकी गरीब नवाज भी कहंदे ने, पतित उदाहरण भी कहते हैं। परमात्मा के दर ते जिहड़ा मनुख अपने आप नूं झुकाउण दे विच समर्थ हो जाता है, जिहड़ा ये मन लैंदा है मेरी जिंदगी दे विच मैं कुछ भी नहीं, मानसिक तौर ते अपने आप नूं निमाणा समझदा है, उन्होंने वो मिल जाता है। पर यह बड़े कठिन परिश्रम की गल है। ये सौखी खेड नहीं अपने आप नूं झुका लेना। झुकना बड़ी वड्डी खेड है। करोड़ां दे विचों कोई विरला मनुख हुंदा है जिहड़ा झुक जाता है। हरेक मनुख दूजे नूं झुकाउणा जाणदा है ते दुनियावी तौर ते 95% लोग उपराला झुकाउण दा करदे ने। मैं बड़ी बारी क्या है आप जी के सामने, कई बारी कोई मनुख मानसिक तौर पर बोलेगा मेरा फलाना रिश्तेदार फलानी थान ते बड़ा वड्डा डायरैक्टर है, या तुहानूं कोई भी मिलेगा कि मैं फलानी संस्था का फलाना चेयरमैन हाँ। वो ये अपना इंट्रोडक्शन क्यों दे रहा है? ताकि मेरे गल करन तो पहला मेरा इस ते दबाव पै जाए और ये मानसिक तौर पर दब जाए। मनुख की अंतरीवी इच्छा यही हुंदी है। पर वो कहता है महाराज नहीं, मैनू ये पता है तुसी पतित उदाहरण हो और ये तुहाडा सुभाव है। कमाल की गल तो ये गुरबाणी दे विच परमात्मा के सुभाव का जिक्र बड़ी बारी आया है। परमात्मा का सुभाव कैसा है, जिसका सानू सुभाव पता लग जाए ना, उस तो काम कराउणा बड़ा सौखा हुंदा है। असीं अक्सर कहने उहदा सुभाव दे नूं तुसीं जाके मिलोगे, बड़ा डाउन टू अर्थ है, तुहाडा काम जरूर करेगा क्योंकि उहदा सुभाव ही ऐसा है।
ਤੇ ਬਾਣੀ ਦੇ ਵਿੱਚ ਮਹਾਰਾਜ ਨੇ ਬਾਰ-ਬਾਰ ਪ੍ਰਮਾਤਮਾ ਦੇ ਸੁਭਾਅ ਦੀ ਜ਼ਿਕਰ ਕੀਤਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਬਿਰਧ ਦਾ ਮਤਲਬ ਸੁਭਾਅ, ਇਹਨੂੰ ਜੇ ਧੱਦਾ ਲੱਗ ਜਾਂਦਾ ਫਿਰ ਬਜ਼ੁਰਗ ਹੋ ਜਾਣਾ ਸੀ ਅਰਥ। ਬਿਰਧ ਦਾ ਮਤਲਬ ਸੁਭਾਅ। ਪਰਮਾਤਮਾ ਦਾ ਸੁਭਾਅ ਕੀ ਹੈ? ਜੋ ਉਹਦੇ ਸਾਹਮਣੇ ਨਿਮਾਣਾ ਹੋ ਜਾਂਦਾ ਹੈ ਉਹਨੂੰ ਉਹ ਨਿਵਾਜ ਦਿੰਦਾ ਹੈ, ਤਾਂ ਹੀ ਕਰਕੇ ਉਹਨੂੰ ਗਰੀਬ ਨਵਾਜ ਕਹਿੰਦੇ ਨੇ। ਸਾਡੀ ਦੁਨੀਆ ਦੇ, ਕਿਉਂਕਿ ਅਸੀਂ ਪਹਿਲੇ ਮਨੁੱਖ ਨਹੀਂ ਹਾਂ, ਦੁਨੀਆ ਤੇ ਆਉਣ ਵਾਲੇ, ਸਾਡੇ ਕੋਲ ਹਿਸਟਰੀ ਵੀ ਹੈ, ਇਤਿਹਾਸ ਵੀ ਪਿਆ ਸਾਡੇ ਕੋਲ। ਅਰਬਾਂ ਮਨੁੱਖ ਦੁਨੀਆ ਤੇ ਹੋ ਕੇ ਗਏ ਨੇ, ਨਿਵਾਜੇ ਉਹੀ ਗਏ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਗਰੀਬ ਸਮਝਿਆ ਹੈ, ਕਿਉਂਕਿ ਪਰਮਾਤਮਾ ਗਰੀਬ ਨਵਾਜ ਹੈ। ਇਸ ਕਰਕੇ ਭਾਈ ਬਹੋੜਾ ਕਹਿਣ ਲੱਗਿਆ, ਮਹਾਰਾਜ ਮੈਨੂੰ ਪਤਾ ਹੈ ਤੁਸੀਂ ਗਰੀਬ ਨਵਾਜ ਹੋ, ਪਤਿਤ ਉਦਾਹਰਣ ਹੋ, ਇਸ ਕਰਕੇ ਮੈਂ ਤੁਹਾਡੇ ਸਾਹਮਣੇ ਸਾਰੀ ਸੱਚਾਈ ਨੂੰ ਬਿਆਨ ਕਰ ਦਿੱਤਾ ਹੈ। ਜਗੋ ਬਹੋੜੇ ਸਾਚੀ ਕਹੀ, ਸ੍ਰੀ ਅਰਜਨ ਜੀ ਸਭ ਉਰ ਵਹੀ। ਜਦੋਂ ਭਾਈ ਬਹੋੜੇ ਨੇ ਇਸ ਤਰੀਕੇ ਨਾਲ ਗੁਰੂ ਸਾਹਿਬ ਦੇ ਸਾਹਮਣੇ ਬਿਆਨ ਕੀਤਾ, ਸੱਚੇ ਪਾਤਸ਼ਾਹ ਨੇ ਉਹਦੇ ਦਿਲ ਦੀਆਂ ਸਾਰੀਆਂ ਜਾਣ ਲਈਆਂ। ਕਿਉਂਕਿ ਕਈ ਵਾਰੀ ਐਸਾ ਵੀ ਹੁੰਦਾ ਹੈ, ਮਨੁੱਖ ਆਪਣੇ ਆਪ ਦੀ ਉਸਤਤ ਨੂੰ ਬਣਾਉਣ ਦੇ ਲਈ ਇਹ ਵੀ ਕਹਿ ਦਿੰਦਾ ਹੈ ਮੈਂ ਤੇ ਸੰਗਤ ਦੀ ਧੂੜ ਹਾਂ, ਪਰ ਇਨਡਾਇਰੈਕਟਲੀ ਉਹਦੀ ਜਿਹੜੀ ਮਾਨਸਿਕ ਦਸ਼ਾ ਹੁੰਦੀ ਹੈ ਉਹ ਇਹੀ ਸੋਚ ਰਹੀ ਹੁੰਦੀ ਹੈ ਇਹਨਾਂ ਗੱਲਾਂ ਦੇ ਨਾਲ ਵੀ ਮੈਂ ਥੋੜਾ ਉੱਚਾ ਚੁੱਕਿਆ ਜਾਵਾਂ, ਮੇਰੀ ਲੋਕੈਲਿਟੀ ਦੇ ਵਿੱਚ, ਮੇਰੇ ਆਸ ਪੜੋਸ 'ਚ ਮੇਰੀ ਥੋੜੀ ਜੀ ਉਸਤਤ ਹੋ ਜਾਵੇ। ਤਾਂ ਹੀ ਕਰਕੇ ਅੱਜ ਕੱਲ੍ਹ ਇਹ ਸ਼ਬਦ ਚੱਲਦੇ ਨੇ, ਦਾਸਨ ਦਾਸ, ਸੇਵਾਦਾਰ। ਇਹ ਸ਼ਬਦ ਜੇ ਉਵੇਂ ਕਿਸੇ ਨੂੰ ਸੇਵਾਦਾਰ ਕਿਹਾ ਜਾਏ ਉਹ ਮੰਨਦਾ ਨਹੀਂ ਹੈ, ਪਰ ਇਨਡਾਇਰੈਕਟਲੀ ਤੌਰ 'ਤੇ ਜੇ ਉਹਨੂੰ ਉਵੇਂ ਕਹਿ ਦਈਏ ਨਾ, ਉਹ ਸੇਵਾਦਾਰ ਉਰਾਂ ਪਾਣੀ ਲੈ ਕੇ ਆ, ਉਵੇਂ ਕਹਿ ਦੇਗਾ ਮੈਂ ਕੌਮ ਦਾ ਸੇਵਾਦਾਰ, ਮੈਂ ਤੇ ਸਤ ਸੰਗ ਦਾ ਸੇਵਾਦਾਰ ਹਾਂ। ਜੇ ਉਹਨੂੰ ਬਾਹਰ ਕਹਿ ਦੇਈ, ਕਿਸੇ ਵਿਆਹ ਵਿੱਚ ਮਿਲ ਜਾਏ, ਜਾਂ ਸੇਵਾਦਾਰ ਪਾਣੀ ਦਾ ਗਲਾਸ ਲੈ ਕੇ ਆਵੇਗਾ, ਤੈਨੂੰ ਮੈਨੂੰ ਕਿੱਥੋਂ ਸੇਵਾਦਾਰ ਸਮਝ ਲਿਆ ਤੂੰ? ਮਾਨਸਿਕ ਦਸ਼ਾ ਨਹੀਂ ਬਦਲਦੀ। ਗੁਰੂ ਜੀ ਦਿਲ ਨੂੰ ਜਾਣਦੇ ਨੇ, ਦਿਮਾਗੀ ਤੌਰ ਤੇ ਲੁੱਟਿਆ ਜਾ ਸਕਦਾ ਹੈ। ਇਹ ਤੇ ਪਰਮਾਤਮਾ ਦੇ ਦਰ ਤੇ ਮੇਨ ਬਖਸ਼ਿਸ਼ ਹੈ, ਕਿਉਂਕਿ ਪਰਮਾਤਮਾ ਦਿਲ ਨੂੰ ਫੜਦਾ ਹੈ। ਤੇ ਜਦੋਂ ਦਿਲ ਤੇ ਦਿਮਾਗ ਦੋਵੇਂ ਵੱਖੋ ਵੱਖਰੇ ਰਹਿੰਦੇ ਨੇ, ਉਦੋਂ ਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਤੇ ਗੁਰੂ ਦੇ ਦਰ ਤੋਂ ਵੀ ਮਨੁੱਖ ਨੂੰ ਕੁਛ ਨਹੀਂ ਪ੍ਰਾਪਤ ਹੁੰਦਾ ਹੈ। ਕਿਰਪਾ ਕਰੀ ਉਪਦੇਸ਼ ਬਤਾਵਾ, ਕਹਾਂ ਪੂਰ ਮਹਿ ਤੂੰ ਲਪਟਾਵਾ। ਗੁਰੂ ਸਾਹਿਬ ਜੀ ਨੇ ਸੋਚਿਆ ਇਹ ਅਧਿਕਾਰੀ ਹੈ, ਇਹ ਅਧਿਕਾਰੀ ਪੁਰਸ਼ ਹੈ, ਤੇ ਜਿਹੜਾ ਉਪਦੇਸ਼ ਹੁੰਦਾ ਹੈ ਅਧਿਕਾਰੀ ਨੂੰ ਹੀ ਦੇਣਾ ਚਾਹੀਦਾ ਹੈ। ਜਿੰਨੇ ਵੀ ਸਾਡੇ ਕੋਲ ਵਿਦਾਂਤ ਜਾਂ ਦੂਜੇ ਗ੍ਰੰਥ ਆਉਂਦੇ ਨੇ ਨਿਰਮਲਿਆਂ ਦੇ, ਉਹਨਾਂ ਵਿੱਚ ਪਹਿਲਾ ਚੈਪਟਰ ਅਧਿਕਾਰੀ ਪੁਰਸ਼ ਦਾ ਹੁੰਦਾ ਹੈ, ਵੀ ਇਸ ਗ੍ਰੰਥ ਦਾ ਅਧਿਕਾਰੀ ਕੌਣ ਹੈ। ਇਹ ਗੱਲ ਹੈ ਜਿਹੜੀ ਕਿਹਦੇ ਖਾਨੇ ਵਿੱਚ ਟਿਕ ਸਕਦੀ ਹੈ। ਜਿਵੇਂ ਕੋਈ ਬੱਚਾ ਸਾਡੇ ਦੇ ਕੋਲ, ਅਸੀਂ ਇੱਥੇ ਬੈਠੇ ਹਾਂ, ਕੋਈ ਇੰਗਲਿਸ਼ ਪੜ੍ਹਾ ਰਿਹਾ ਹੈ, ਦੂਜੀ ਕਲਾਸ ਦਾ ਬੱਚਾ ਇੱਕ ਟੀਚਰ ਨੂੰ ਇਹ ਪੁੱਛੇਗਾ ਤੁਸੀਂ ਮੈਨੂੰ ਟੈਂਸਿਸ ਦੇ ਬਾਰੇ ਦੱਸੋ, ਉਹਦੇ ਵਿੱਚ ਹੋਰ ਡੂੰਘਾਈ ਤੌਰ ਤੇ ਕੀ ਹੁੰਦਾ ਹੈ, ਕਿ ਬੇਟਾ ਤੂੰ ਅਧਿਕਾਰੀ ਨਹੀਂ ਹੈ ਇਸਦਾ, ਮੈਂ ਤੈਨੂੰ ਦੱਸ ਵੀ ਦੇਵਾਂਗਾ ਤੇਰੇ ਸਮਝ ਵਿੱਚ ਹੀ ਨਹੀਂ ਪੈਣਾ। ਇਸ ਕਰਕੇ ਪਹਿਲਾਂ ਅਧਿਕਾਰੀ ਹੋਣਾ ਬਹੁਤ ਜ਼ਰੂਰੀ ਹੈ। ਤੇ ਉਹਨਾਂ ਗ੍ਰੰਥਾਂ 'ਚ ਪਹਿਲਾਂ ਲਿਖਿਆ ਹੁੰਦਾ ਹੈ ਅਧਿਕਾਰੀ ਦੇ ਲੱਛਣ ਕੀ ਨੇ। ਇਸ ਕਰਕੇ ਪਹਿਲਾਂ ਮਨੁੱਖ ਅਧਿਕਾਰੀ ਬਣੇ। ਜਦੋਂ ਅਧਿਕਾਰੀ ਬਣ ਜਾਂਦਾ ਹੈ ਫਿਰ ਗੁਰੂ ਉਸ ਨੂੰ ਅਧਿਕਾਰੀ ਵੇਖ ਕੇ ਉਪਦੇਸ਼ ਦੇ ਦਿੰਦਾ ਹੈ। ਕਰ ਕਰ ਅਗ ਕੋ ਸੰਚੈ ਬ੍ਰਿੰਦ, ਅੰਤ ਕਾਲ ਜਮ ਫਾਸ ਬਲਿੰਦ। ਸਤਿਗੁਰੂ ਜੀ ਕਹਿੰਦੇ ਹਨ ਤੂੰ ਰੋਜ਼-ਰੋਜ਼ ਪਾਪ ਕਮਾਉਣਾ ਹੈ, ਕਿਉਂਕਿ ਅੱਖਾਂ ਦੇ ਦੁਆਰਾ ਜੋ ਵੀ ਅਸੀਂ ਵੇਖਦੇ ਹਾਂ, ਕੰਨਾਂ ਦੁਆਰਾ ਜੋ ਵੀ ਸੁਣਦੇ ਹਾਂ, ਮੁਖ ਤੇ ਦੁਆਰਾ ਜੋ ਵੀ ਬੋਲਦੇ ਹਾਂ, ਤੇ ਹੱਥਾਂ ਦੇ ਨਾਲ ਕੁਝ ਵੀ ਸਪਰਸ਼ ਕਰਦੇ ਹਾਂ, ਭਾਵੇਂ ਠੰਡਾ ਕਰੀਏ ਭਾਵੇਂ ਗਰਮ ਕਰੀਏ, ਉਹੀ ਸਾਡੇ ਅੰਦਰ ਸੰਸਕਾਰ ਬਣ ਜਾਂਦਾ ਹੈ। ਮੈਂ ਅੱਜ ਵੀ ਇੱਕ ਥਾਂ ਗੱਲ ਕਰ ਰਿਹਾ ਸੀ, ਜਿਵੇਂ ਇੱਕ ਸਰੋਵਰ ਹੁੰਦਾ ਨਾ, ਮਨ ਇੱਕ ਸਰੋਵਰ ਜਿਵੇਂ ਹੈ, ਜਿਵੇਂ ਸਰੋਵਰ ਦੇ ਵਿੱਚ ਇੱਕ ਤੁਸੀਂ ਕੋਈ ਵੀ ਗੁਲੇਲ ਦੇ ਨਾਲ ਫੜੋ, ਕੋਈ ਵੀ ਇੱਕ ਬਜਰੀ ਦੀ ਡਲੀ ਉਹਦੇ ਵਿੱਚ ਸੁੱਟ ਦਿਓ, ਉਹਦੇ ਅੰਦਰ ਨਾ ਇੱਕਦਮ ਹਿਲਜੁਲ ਹੋਏਗੀ, ਪਰ ਜਿਹੜੀ ਹਿਲਜੁਲ ਹੋਈ ਹੈ ਉਸ ਹਿਲਜੁਲ ਨੂੰ ਮਹਿਸੂਸ ਹੀ ਨਾ ਕਰੋ। ਫਿਰ ਦੂਜੀ ਡਲੀ ਸੁੱਟੀ ਜਾਏਗੀ, ਫਿਰ ਵੀ ਮਹਿਸੂਸ ਨਾ ਕਰੋ। ਤੀਜੀ, ਇੱਕ ਦਿਨ ਉਹ ਸਰੋਵਰ ਜਿਹੜਾ ਹੈ
ਬਾਹਰੀ ਤੌਰ ਤੇ ਪੱਥਰਾਂ ਨਾਲ ਭਰ ਜਾਏਗਾ। ਇਵੇਂ ਕਦੀ ਆਪ ਜੀ ਨੋਟ ਕਰਨਾ, ਅੱਜ ਮਾੜਾ ਵੇਖਿਆ ਹੈ, ਅੱਜ ਮਨ ਨੂੰ ਕਿਹਾ ਨਹੀਂ ਤੂੰ ਰਹਿਣ ਦੇ, ਇਹ ਗੱਲ ਤੇਰੇ ਲਈ ਠੀਕ ਨਹੀਂ ਹੈ। ਅੱਜ ਝੂਠ ਬੋਲਿਆ ਹੈ, ਅੱਜ ਨਹੀਂ ਰੋਕਿਆ ਮਨ ਨੂੰ। ਅੱਜ ਨਿੰਦਾ ਸੁਣ ਲਈ ਹੈ, ਅੱਜ ਨਹੀਂ ਰੋਕਿਆ। ਫਿਰ ਰੋਜ਼-ਰੋਜ਼ ਕਰਦਿਆਂ ਕਰਦਿਆਂ ਇਹ ਮਨ ਫਿਰ ਆਪ ਮੁਹਾਰਾ ਹੋ ਜਾਂਦਾ ਹੈ, ਕਿਉਂ ਸੰਸਕਾਰਾਂ ਦੀ ਮੈਲ ਵੱਧ ਜਾਂਦੀ ਹੈ, ਫਿਰ ਬੇਕਾਬੂ ਹੋ ਜਾਂਦਾ ਹੈ। ਕਈ ਵਾਰੀ ਤੇ ਇੰਨਾ ਬੇਕਾਬੂ ਹੋ ਜਾਂਦਾ ਹੈ, ਜਦੋਂ ਕਾਮ ਦੇ ਵਿੱਚ ਫਸ ਜਾਏ, ਨਾ ਤੇ ਜਾਤ ਵੇਖਦਾ ਹੈ, ਨਾ ਉਮਰ ਵੇਖਦਾ ਹੈ। ਹਰੇਕ ਚੀਜ਼ ਤੋਂ ਕੋਈ ਵੀ ਇੱਕ ਵਿਕਾਰ ਮਨੁੱਖ ਵਿੱਚ ਫਸ ਜਾਏ, ਭਾਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜਾਂ ਵਿੱਚੋਂ ਜੇ ਇੱਕ ਵੀ ਹਾਵੀ ਹੋ ਗਿਆ, ਇਹ ਨਾ ਕੌਮ ਵੇਖੇਗਾ, ਨਾ ਮਜ਼ਹਬ ਵੇਖੇਗਾ, ਨਾ ਉਮਰ ਵੇਖੇਗਾ, ਨਾ ਗਰੀਬ ਵੇਖੇਗਾ, ਨਾ ਅਮੀਰ ਵੇਖੇਗਾ। ਮਨ ਫਿਰ ਆਪ ਮੁਹਾਰਾ ਹੀ ਹੋ ਜਾਂਦਾ ਹੈ। ਕੋਟ ਜਨਮ ਦੁਖ ਸਹਿ ਕਨੇਰੇ, ਕੌਣ ਸਹਾਏ ਹੋਏ ਤਿਸ ਬੇਰੇ। ਸਤਿਗੁਰੂ ਜੀ ਕਹਿੰਦੇ ਫਿਰ ਕਰੋੜਾਂ ਜਨਮਾਂ ਤਾਈਂ ਦੁੱਖ ਪਾਉਣਾ ਪਏਗਾ, ਕੋਈ ਵੀ ਤੇਰਾ ਸਹਾਈ ਨਹੀਂ ਹੋਏਗਾ। ਇਹਦਾ ਮਤਲਬ ਸਹਾਈ ਦਾ ਮਤਲਬ ਮਨ ਦੀ ਫੋਟੋ ਮਤ ਲਿਆਣਾ ਆਪਣੇ ਦਿਮਾਗ 'ਚ। ਜਦੋਂ ਅਸੀਂ ਕਹਿੰਦੇ ਹਾਂ ਨਾ ਫਿਰਤ ਫਿਰਤ ਪ੍ਰਭ ਆਇਆ, ਫਿਰ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਸਾਡੇ ਅੱਗੇ ਤਸਵੀਰ ਆਪਣੇ ਸਰੀਰ ਦੀ ਆ ਜਾਂਦੀ ਹੈ, ਜੋ ਕਿ ਬੜਾ ਗਲਤ ਹੈ, ਕਿਉਂਕਿ ਅਸੀਂ ਸਰੀਰ ਨਹੀਂ ਹਾਂ। ਜਿਵੇਂ ਸਰੀਰ ਦੀ ਫੋਟੋ ਅੱਗੇ ਆਏਗੀ, ਗਲਤੀ ਹੋ ਗਈ ਇੱਕਦਮ, ਕਿਉਂਕਿ ਮਨੁੱਖ ਸਰੀਰ ਨਹੀਂ ਹੈ। ਫਿਰ ਕੇ ਸਰੀਰ ਨਹੀਂ ਆਇਆ ਹੈ, ਸਰੀਰ ਨੂੰ ਤੇ 40-50 ਸਾਲ ਹੋਏ ਨੇ। ਫਿਰ ਕੇ ਚੇਤਨਾ ਆਈ ਹੈ। ਇਹਨੂੰ ਚੇਤਨਾ ਨੂੰ ਜਿੰਨੇ ਦੁਨੀਆ ਤੇ ਵਿਦਵਾਨ ਹੋਏ ਨੇ, ਕਿਸੇ ਨੇ ਕੌਨਸ਼ੀਅਸ, ਸਬ ਕੌਨਸ਼ੀਅਸ, ਅਨਕੌਨਸ਼ੀਅਸ, ਕਿਸੇ ਨੇ ਮਨ, ਬੁੱਧ, ਚਿੱਤ, ਅਹੰਗ, ਤੇ ਗੁਰੂ ਨਾਨਕ ਸਾਹਿਬ ਨੇ ਸਿਰਫ ਮਨ ਕਿਹਾ। ਇਹਨਾਂ ਚੱਕਰਾਂ ਵਿੱਚ ਫਸਾਇਆ ਨਹੀਂ, ਕਿਉਂ? ਚੇਤਨਾ ਬੜੀ ਗਹਿਰੀ ਹੈ, ਚੇਤਨਾ ਨੂੰ ਨਾਮਾਂ ਦੇ ਵਿੱਚ ਨਹੀਂ ਵੰਡਿਆ ਜਾ ਸਕਦਾ ਹੈ। ਅਪਰ ਤਿਆਗ ਕਰ ਜਾਵਹਿ ਭੌਰੇ, ਕਰੇ ਕਰਮ ਹੋਵਹਿ ਸੰਗ ਤੋਰੇ। ਸਾਹਿਬ ਜੀ ਕਹਿੰਦੇ ਨੇ ਮਨੁੱਖ ਤੇ ਸਰੀਰ ਛੱਡ ਕੇ ਚਲਾ ਜਾਏਗਾ। ਭਾਈ ਬਹੋੜੇ ਨੂੰ ਕਹਿੰਦੇ ਨੇ, ਭਾਈ ਬਹੋੜਾ ਤੂੰ ਤੇ ਸਰੀਰ ਛੱਡ ਕੇ ਚਲਾ ਜਾਏਗਾ, ਪਰ ਯਾਦ ਰੱਖੀ ਸਰੀਰ ਦੇ ਛੱਡਣ ਦੇ ਨਾਲ ਕਰਮ ਨਹੀਂ ਮਿਟਣਗੇ। ਜਿਹੜੇ ਮਾੜੇ ਕਰਮ ਕੀਤੇ ਹੋਏ ਨੇ ਉਹ ਜੀਵ ਆਤਮਾ ਦੇ ਨਾਲ ਹੀ ਸੰਸਕਾਰਾਂ ਦੇ ਰੂਪ ਵਿੱਚ ਨਾਲ ਰਹਿਣਗੇ। ਜਦੋਂ ਤਾਈਂ ਤੂੰ ਦੁਬਾਰਾ ਮਨੁੱਖਾ ਜਨਮ ਦਾ ਅਧਿਕਾਰੀ ਨਹੀਂ ਬਣੇਗਾ, ਤੈਨੂੰ ਬਾਰ-ਬਾਰ ਜਨਮ ਤੇ ਮਰਨ ਦੇ ਗੇੜ ਵਿੱਚ ਪਿਆ ਹੀ ਰਹਿਣਾ ਪੈਣਾ ਹੈ। ਸੋ ਫਲ ਦਏ ਬਿਨਾ ਨਾ ਬਿਨਾਸਹਿ, ਕਰੇ ਕਰਮ ਤੋਹੇ ਕੋ ਗ੍ਰਸ ਹੈ। ਇਸ ਕਰਕੇ ਜੋ ਵੀ ਅੱਜ ਮਾੜਾ ਕਰਮ ਕਰ ਲਿਆ ਹੈ ਉਹ ਆਪਣਾ ਫਲ ਜ਼ਰੂਰ ਦੇਵੇਗਾ। ਕਿਹੜੇ ਰੂਪ ਵਿੱਚ ਦੇਵੇਗਾ ਇਹ ਨਹੀਂ ਪਤਾ। ਜੋ ਵੀ ਅੱਖਾਂ ਕਰਕੇ ਮਾੜਾ ਵੇਖਿਆ ਹੈ, ਕੰਨਾਂ ਕਰਕੇ ਮਾੜਾ ਸੁਣਿਆ ਹੈ, ਜਾਂ ਮਨੁੱਖ ਨੇ ਆਪਣੀ ਸਿਫਤ ਸਲਾਹ ਦੇ ਚੱਕਰ 'ਚ ਮਾੜਾ ਬੋਲ ਦਿੱਤਾ ਹੈ, ਯਾਦ ਰੱਖਣਾ ਉਹ ਕਰਮ ਆਪਣਾ ਫਲ ਤੇ ਜ਼ਰੂਰ ਦੇਵੇਗਾ। ਕਿਹੜੇ ਰੂਪ ਵਿੱਚ ਦੇਵੇਗਾ ਇਹ ਕਿਸੇ ਨੂੰ ਵੀ ਨਹੀਂ ਪਤਾ। ਇੰਨੀ ਗਹਿਰਾਈ ਦੇ ਤੌਰ ਤੇ ਵਿਚਾਰ ਥੋੜੀ ਕਈ ਗ੍ਰੰਥਾਂ 'ਚ ਲਿਖੀ ਹੈ, ਆਹ ਕਰਮ ਕੀਤਾ ਇਹਦਾ ਆਹ ਫਲ ਹੈ, ਪਰ ਬਾਣੀ ਕਹਿੰਦੀ ਕਿਸੇ ਨੂੰ ਵੀ ਇੰਨੀ ਗਹਿਰਾਈ ਨਾਲ ਨਹੀਂ ਪਤਾ। ਕਰਮਾਂ ਦਾ ਫਲ ਮਨੁੱਖ ਨੂੰ ਭੁਗਤਣਾ ਹੀ ਪੈਂਦਾ ਹੈ। ਰਹਿ ਇਕਾਂਕੀ ਸੰਕਟ ਪਾਵੈ, ਪਛਤਾਵੈ ਸਿਰ ਧੁਨ ਬਿਲ ਪਾਵੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਤੂੰ ਅਕੇਲਾ ਹੀ ਰਹਿ ਜਾਵੇਂਗਾ, ਤੇਰੀ ਪਾਪੀ ਰੂਹ ਨੂੰ ਦੁਬਾਰਾ ਜਨਮ ਤੇ ਮਰਨ ਦੇ ਗੇੜ ਵਿੱਚ ਪਾ ਦਿੱਤਾ ਜਾਵੇਗਾ। ਜਾਂ ਤੇ ਸਤਿ ਨਾਮ ਕਰਤਾਰ, ਸਿਮਰੋ ਨਿਸ ਦਿਨ ਹੋਏ ਉਧਾਰ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਤੂੰ ਸਵੇਰੇ ਤੇ ਸ਼ਾਮ ਸਤਨਾਮ ਜਪਿਆ ਕਰ। ਦਿਨ ਦੇ ਵਿੱਚ ਰੱਬ ਦੇ ਨਾਂ ਦੀ ਵਿਚਾਰ ਕਰ, ਉਸ ਨੂੰ ਸੁਣਨਾ ਕਰ। ਜਿਵੇਂ ਜਿਵੇਂ ਉਸ ਦੇ ਨਾਮ ਨੂੰ ਸੁਣਾਂਗੇ ਪਾਪਾਂ ਦੀ ਮੈਲ ਖਤਮ ਹੁੰਦੀ ਹੈ, ਮਨੁੱਖ ਦਾ ਦਿਲ ਗੁਰਬਾਣੀ ਵਿੱਚ ਜੁੜਦਾ ਹੈ। ਉਹੀ ਮਨ ਜਿਹੜਾ ਪਹਿਲਾਂ ਰਿਲੈਕਟ ਕਰਦਾ ਸੀ, ਜਿਵੇਂ ਜਿਵੇਂ ਮਨ ਦੇ ਉੱਤੋਂ ਪਾਪਾਂ ਦੀ ਮੈਲ ਰਹਿੰਦੀ ਹੈ, ਬੁੱਧੀ ਨਿਰਮਲ ਹੋ ਜਾਂਦੀ ਹੈ। ਫਿਰ ਉਹੀ ਜਿਹੜੀ ਬੁੱਧੀ ਹੈ ਮਨ ਨੂੰ ਬਾਰ-ਬਾਰ ਕਹੇਗੀ, ਮੇਰਿਆ ਮਨਾ ਤੂੰ ਰੱਬ ਨਾਲ ਰਹਿ। ਬੜੀ ਵਾਰੀ ਇਹ ਸ਼ਬਦ ਜਦੋਂ ਅਸੀਂ ਆਨੰਦ ਸਾਹਿਬ ਦੇ ਪੜ੍ਹਦੇ ਹਾਂ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਇਸ ਨੂੰ ਥੋੜਾ ਗਹਿਰਾਈ ਨਾਲ ਵਾਚੋ।
ਮਨ ਨੂੰ ਉਪਦੇਸ਼ ਕੌਣ ਕਰ ਰਿਹਾ ਹੈ? ਗੁਰੂ ਜੀ ਬੋਲ ਰਹੇ ਨੇ, ਕੌਣ ਕਰ ਰਿਹਾ ਹੈ ਮਨ ਨੂੰ? ਮਨ ਨੂੰ ਕੌਣ ਕਹਿ ਰਿਹਾ ਹੈ ਤੂੰ ਸਦਾ ਰੱਬ ਨਾਲ ਰਹਿ? ਸਾਡੀ ਬੁੱਧੀ ਕਹਿ ਰਹੀ ਹੈ। ਜਦੋਂ ਥੋੜੀ ਜੀ ਸਮਝ ਪ੍ਰਾਪਤ ਹੋਈ, ਇਹ ਦਿਮਾਗ ਹੀ ਕਹਿੰਦਾ ਹੈ ਮੇਰਿਆ ਮਨਾ ਆਹ ਕੰਮ ਨਾ ਕਰ। ਹਜੇ ਇਸ ਅਵਸਥਾ ਵਿੱਚ ਜਦੋਂ ਦਿਮਾਗ ਪਹੁੰਚ ਜਾਵੇ, ਜਿਵੇਂ ਘਰ ਬੈਠੇ ਹੋ ਆਪ ਜੀ, ਘਰ ਬੈਠਿਆਂ ਥੋੜੀ ਜੀ ਸਮਝ ਲੱਗ ਗਈ, ਕਦੇ ਮਾੜਾ ਮੋਟਾ ਪ੍ਰਕਾਸ਼ ਹੋ ਗਿਆ, ਪਤਾ ਲੱਗ ਗਿਆ ਮਨ ਨੂੰ ਇਹ ਸੱਚਾਈ ਹੈ ਸੰਗਤ। ਫਿਰ ਜਿਹੜੀ ਇਹ ਬੁੱਧੀ ਹੈ ਨਾ, ਮਨ ਨੂੰ ਕਹੇਗੀ ਮਨਾ ਚੱਲ ਗੁਰਦੁਆਰੇ, ਤੂੰ ਸੰਗਤ ਦੇ ਵਿੱਚ ਬੈਠ, ਤੈਨੂੰ ਬੜਾ ਫਲ ਮਿਲੇਗਾ। ਇਹ ਬੁੱਧੀ ਆਪਣੀ ਕਹਿੰਦੀ ਹੈ, ਆਪਣੀ ਹੀ ਮਤ ਫਿਰ ਮਨ ਨੂੰ ਉਪਦੇਸ਼ ਕਰਦੀ ਹੈ। ਬਾਣੀ ਕਹਿੰਦੀ ਲੇਲੇ ਕੋ ਚੁੰਗੈ ਨਿਤ ਪੇੜ। ਜਿਹੜੀ ਮਨੁੱਖ ਦੀ ਸੁਰਤ ਹੈ ਇਹ ਮਨ ਦੇ ਪਿੱਛੇ ਲੱਗ ਜਾਂਦੀ ਹੈ, ਪਰ ਜਿਹੜੀ ਜਦੋਂ ਤੇ ਮਨ ਦੇ ਪਿੱਛੇ ਲੱਗੀ ਹੈ ਇਹ ਵਿਕਾਰ ਕਮਾਏਗੀ। ਜਦੋਂ ਮਨ ਬੁੱਧੀ ਦੇ ਪਿੱਛੇ ਲੱਗ ਜਾਏਗਾ ਫਿਰ ਇਹ ਰੱਬ ਦਾ ਨਾਂ ਕਮਾਉਂਦਾ ਹੈ। ਸੁਰਤ ਜਦੋਂ ਰੱਬ ਦੇ ਮਾਰਗ ਤੇ ਚੱਲ ਪੈਂਦੀ ਹੈ, ਤਾਂ ਹੀ ਕਰਕੇ ਬੁੱਧੀ ਕਹਿੰਦੀ ਹੈ ਮਨ ਨੂੰ ਤੂੰ ਰੱਬ ਦਾ ਨਾਂ ਕਮਾ। ਉਹਦੇ ਨਾਲ ਹੁੰਦਾ ਕੀ ਹੈ? ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਇਹ ਅੰਦਰ ਦੀ ਗੱਲ ਚੱਲ ਰਹੀ ਹੈ, ਆਪਣੇ ਮਨ ਦੇ ਨਾਲ ਆਪਣੀ ਗੱਲ। ਇਹ ਬਾਹਰੀ ਤੌਰ ਤੇ ਗੱਲ ਨਹੀਂ, ਆਪਣੇ ਨਾਲ ਆਪਣੀ ਗੱਲ। ਜਿਵੇਂ ਅਸੀਂ ਬੈਠੇ ਹੋਏ ਕਈ ਵਾਰੀ ਕਹਿੰਦੇ ਨਹੀਂ ਆ, ਕਈ ਵਾਰੀ ਅਸੀਂ ਆਪ ਇਕੱਲੇ ਹੀ ਬੈਠੇ ਹੁੰਨੇ ਆ ਤੇ ਤੁਸੀਂ ਕਈ ਵਾਰੀ ਵਿਚਾਰ ਕਰਨਾ ਕਹਿੰਦੇ ਆ, ਮੇਰੀ ਜ਼ਿੰਦਗੀ ਵਿੱਚ ਬੁੱਧੀ ਕਹਿੰਦੀ ਹੈ ਜੇ ਮੈਂ ਆਹ ਕੰਮ ਨਾ ਕਰਦਾ ਤੇ ਅੱਜ ਮੈਂ ਫਲਾਣੀ ਥਾਂ ਹੋਣਾ ਸੀ। ਹੁਣ ਕੋਈ ਨਹੀਂ ਬੈਠਾ ਕੋਲ, ਆਪਣੇ ਮਨ ਨੂੰ ਬਾਰ-ਬਾਰ ਕਹੇ ਮਨਾ ਜੇ ਤੂੰ ਇਹ ਵਿਚਾਰ ਨਾ ਲੈ ਕੇ ਆਉਂਦਾ ਅੱਜ ਮੈਂ ਫਲਾਣੀ ਥਾਂ ਤੇ ਹੋਣਾ ਸੀ। ਹੁਣ ਕੋਈ ਤੇ ਗੱਲ ਕਰ ਹੀ ਨਹੀਂ, ਆਪਾਂ ਆਪਣੇ ਨਾਲ ਹੀ ਗੱਲ ਕਰ ਰਹੇ ਆ। ਇਵੇਂ ਜਦੋਂ ਬੁੱਧੀ ਨੂੰ ਪਤਾ ਲੱਗ ਜਾਂਦਾ ਹੈ, ਸਮਝ ਆ ਜਾਂਦੀ ਹੈ ਦੁਨੀਆ ਤੇ ਸੱਚਾਈ ਕੀ ਹੈ, ਫਿਰ ਆਪਣੀ ਨਿਰਮਲ ਬੁੱਧੀ ਹੀ ਮਨ ਨੂੰ ਕਹਿੰਦੀ ਹੈ ਮੇਰਿਆ ਮਨਾ ਰੱਬ ਨਾਲ ਰਹਿ, ਉਹਦੇ ਨਾਲ ਤੈਨੂੰ ਰੱਬ ਦੁੱਖ ਸੁੱਖ ਤੇਰੇ ਸਾਰੇ ਹੀ ਦੂਰ ਕਰ ਦੇਵੇਗਾ। ਤਿਆਗੋ ਜਗ ਜੰਜਾਲ ਜੋ ਫਸਿਓ, ਜਿਮ ਝੱਕ ਤੋਰ ਹੈ ਜਾਲ ਜੋ ਫਸਿਓ। ਕਹਿੰਦੇ ਹਨ ਇਹਨਾਂ ਜੱਗ ਦੇ ਵਿੱਚ ਜਿਹੜੇ ਧੰਦਿਆਂ 'ਚ ਮੈਂ ਫਸਿਆ ਹੋਇਆ ਹਾਂ, ਭਾਈ ਬਹੋੜੇ ਨੂੰ ਕਹਿੰਦੇ ਨੇ ਮਹਾਰਾਜ ਇਹਨੂੰ ਤੋੜ ਦੇ। ਇਹ ਇਵੇਂ ਹਨ ਜਿਵੇਂ ਮੱਛਲੀ ਜਾਲ ਦੇ ਵਿੱਚ ਫਸ ਜਾਂਦੀ ਹੈ ਤੇ ਫਿਰ ਤੋੜ ਨਹੀਂ ਪਾਉਂਦੀ ਉਹਨੂੰ। ਸਤਿਗੁਰੂ ਜੀ ਕਹਿੰਦੇ ਨੇ ਇਹਨੂੰ ਜਾਲ ਨੂੰ ਤੋੜ ਦੇ। ਇਹ ਜਿਹੜੇ ਵਿਕਾਰਾਂ ਦਾ ਜਾਲ ਹੈ, ਜਦੋਂ ਤਾਈਂ ਇਹ ਨਹੀਂ ਟੁੱਟੇਗਾ ਤੂੰ ਇਸ ਦੇ ਵਿੱਚ ਫਸਿਆ ਹੀ ਰਹਿਣਾ ਹੈ। ਸੁਖ ਪਾਰੀ ਹਰ ਨਾਮ ਸੰਭਾਰੋ, ਕਰਨ ਕਰਮ ਕਰਨ ਕੁਕਰਮ ਬ੍ਰਿਤੀ ਹਟਕਾਰੋ। ਇਸ ਕਰਕੇ ਸੁੱਖ ਦੇਣ ਵਾਲਾ ਜੋ ਹਰੀ ਦਾ ਨਾਮ ਹੈ ਭਾਈ ਬਹੋੜਾ, ਉਹਨੂੰ ਹੀ ਹਮੇਸ਼ਾ ਯਾਦ ਰੱਖੋ। ਤੇ ਜਿਹੜੀ ਕੁਕਰਮ ਕਰਨ ਵਾਲੀ ਬਿਰਤੀ ਹੈ, ਇਹਨੂੰ ਬਿਰਤੀ ਨੂੰ ਹਟਾ ਲੈਣਾ ਚਾਹੀਦਾ ਹੈ। ਸਤ ਸੰਗਤ ਮਹਿ ਬੈਸ ਗੁਜ਼ਾਰੋ, ਧਰਮ ਜੀਵਿਕਾ ਮਹਿ ਚਿਤ ਧਾਰੋ। ਸਤ ਸੰਗਤ ਵਿੱਚ ਆਪਣੀ ਉਮਰ ਗੁਜ਼ਾਰੋ ਤੇ ਧਰਮ ਦੀ ਜਿਹੜੀ ਕਮਾਈ ਹੈ ਉਹੀ ਆਪਣੇ ਚਿੱਤ ਵਿੱਚ ਰੱਖੋ। ਸੁਣ ਸਤਿਗੁਰ ਕੇ ਬਾਪ ਰਸੀਲੇ, ਬ੍ਰਿੰਦ ਵਿਕਾਰਨ ਪਰਮ ਕਟੀਲੇ। ਕਹਿੰਦੇ ਸਤਿਗੁਰੂ ਜੀ ਦੇ ਮਿੱਠੇ ਬਚਨ ਭਾਈ ਬਹੋੜੇ ਨੇ ਸੁਣੇ, ਔਰ ਬਚਨ ਵੀ ਐਸੇ ਨੇ ਜਿਹੜੇ ਸਾਰੇ ਵਿਕਾਰਾਂ ਨੂੰ ਕੱਟਣ ਵਾਲੇ ਨੇ। ਦੁਨਿਆਵੀ ਤੌਰ ਤੇ ਜਿੰਨੇ ਵੀ ਮਾੜੇ ਕਰਮ ਨੇ, ਸਤਿਗੁਰੂ ਦੇ ਬਚਨ ਉਹਨਾਂ ਨੂੰ ਕੱਟਣ ਵਾਲੇ ਹਨ। ਭਾਗ ਵੱਡੇ ਮਸਤਕ ਜਿਸ ਜਾਗੇ, ਤੀਖਣ ਤੀਰ ਸਮਾਨ ਸੋ ਲਾਗੇ। ਇਹ ਗੱਲ ਮਹਾਰਾਜ ਬੜੀ ਵੱਡੀ ਕਹਿ ਰਹੇ ਹਨ, ਇਹਨੂੰ ਥੋੜਾ ਸਮਝਣ ਦੀ ਲੋੜ ਹੈ। ਸਤਿਗੁਰੂ ਜੀ ਕਹਿੰਦੇ ਜਿਹਦੇ ਭਾਗ ਜਾਗਦੇ ਨੇ ਨਾ, ਜਿਨ੍ਹਾਂ ਭਾਗ ਮਥਾਹੇ ਨਾਨਕ ਸੇ ਹਰ ਰੰਗ ਮਾਣ ਦੋ। ਜਿਨ੍ਹਾਂ ਦੇ ਭਾਗ ਨਹੀਂ ਜਾਗੇ ਮਸਤਕ ਦੇ, ਉਦੋਂ ਤੇ ਗੁਰਬਾਣੀ ਉਹਨਾਂ ਨੂੰ ਅਸਰ ਹੀ ਨਹੀਂ ਕਰਦੀ। ਜਦੋਂ ਭਾਗ ਜਾਗਦੇ ਹਨ, ਗੁਰਬਾਣੀ ਦਾ ਅਸਰ ਮਨੁੱਖ ਨੂੰ ਹੁੰਦਾ ਹੀ ਉਦੋਂ ਹੈ, ਉਸ ਤੋਂ ਪਹਿਲਾਂ ਨਹੀਂ ਹੁੰਦਾ। ਭਾਵੇਂ ਲੱਖਾਂ ਵਾਰੀ ਉਹਨੇ ਪੜ੍ਹੀ ਹੋਏ, ਲੱਖਾਂ ਵਾਰੀ ਸੁਣੀ ਵੀ ਹੋਏ, ਲੱਖਾਂ ਵਾਰੀ ਗਾਈ ਵੀ ਹੋਏ। ਸਤਿਗੁਰੂ ਜੀ ਕਹਿੰਦੇ ਜਦੋਂ ਭਾਗ ਜਾਗਦੇ ਨੇ, ਫਿਰ ਮਨ ਦੇ ਵਿੱਚ ਬਾਣੀ ਬੈਠਦੀ ਹੈ ਤੇ ਚੰਗੀ ਲੱਗਦੀ ਹੈ। ਫਿਰ ਬਾਰ-ਬਾਰ ਬਿਰਤੀ ਉਹਦੇ ਵਿਚਾਰ ਵਿੱਚ ਹੀ ਜਾਂਦੀ ਹੈ, ਉਹਦੀ ਮੰਗ ਵਿੱਚ ਹੀ ਜਾਂਦੀ ਹੈ। ਪਰ ਇਹ ਭਾਗ ਦੀ ਗੱਲ ਹੈ। ਬਾਣੀ ਕਹਿੰਦੀ ਹੈ ਜਦੋਂ ਮਨੁੱਖ ਦੇ ਭਾਗ ਜਾਗਦੇ ਨੇ, ਕੋਈ ਪੂਰਬਲੇ ਕਰਮ, ਪੂਰਬ ਕਰਮ ਅੰਕੁਰ ਜਬ ਪ੍ਰਗਟੇ,
ਭੇਟਿਓ ਪੁਰਖ ਰਸਕ ਬੈਰਾਗੀ। ਕੋਈ ਪੂਰਬਲਾ ਕਰਮ ਮਨੁੱਖ ਦਾ ਜਾਗਦਾ ਹੈ, ਫਿਰ ਉਹਨੂੰ ਸਤ ਸੰਗਤ ਵੀ ਚੰਗੀ ਲੱਗਦੀ ਹੈ ਤੇ ਗੁਰਬਾਣੀ ਦੀ ਵਿਚਾਰ ਵੀ ਚੰਗੀ ਲੱਗਦੀ ਹੈ। ਗਦ ਗਦ ਭਾ ਸੁਧ ਸਰਬ ਵਿਸਾਰੀ, ਪ੍ਰੇਮ ਮਹਾ ਅਸੁਰਨ ਕੋ ਡਾਰੀ। ਉਹ ਬੜਾ ਪ੍ਰਸੰਨ ਹੋਇਆ ਭਾਈ ਬਹੋੜਾ, ਗਦ ਗਦ ਹੋ ਗਿਆ, ਅੱਖਾਂ ਦੇ ਵਿੱਚੋਂ ਅਥਰੂ ਵਹਿ ਤੁਰੇ, ਪ੍ਰੇਮ ਵਿਰਾਗ ਦਾ ਜਲ ਵਹਿ ਤੁਰਿਆ। ਬਾਰ-ਬਾਰ ਸੋਚਦਾ ਹੈ ਮੇਰੀ ਜ਼ਿੰਦਗੀ ਕੈਸੀ ਹੋ ਗਈ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਡੇ ਮਾੜੇ ਕਰਮਾਂ ਵਿੱਚ ਪਿਆ ਰਿਹਾ। ਜ਼ਿੰਦਗੀ ਦੀ ਸੱਚਾਈ ਤੇ ਮੈਨੂੰ ਅੱਜ ਹੀ ਪਤਾ ਲੱਗੀ ਹੈ। ਜਿਵੇਂ ਬੋਧ ਭਿਕਸ਼ੂਕਾਂ ਦੇ ਵਿੱਚ, ਉਹਨਾਂ ਦੇ ਵਿੱਚ ਜਦੋਂ ਦੀਕਸ਼ਾ ਲੈਂਦੇ ਨੇ ਨਾ, ਉਮਰ ਜਿਹੜੀ ਉਦਣ ਤੋਂ ਹੀ ਉਹਨਾਂ ਦੀ ਕਾਊਂਟ ਕੀਤੀ ਜਾਂਦੀ ਹੈ। ਜਿਵੇਂ ਇੱਕ ਮਿਲਿੰਦ ਪ੍ਰਸ਼ਨ ਨਾਂ ਦਾ ਗ੍ਰੰਥ ਹੈ, ਉਹਦੇ ਵਿੱਚ ਮਿਲਿੰਦ ਰਾਜਾ ਹੈ ਤੇ ਨਾਗਸੇਨ ਭਿਕਸ਼ੂ ਹੈ। ਦੋਵਾਂ ਦਾ ਡਾਇਲੋਗ ਹੈ, ਸੰਵਾਦ ਹੈ ਆਪਸ ਵਿੱਚ। ਮਿਲਿੰਦ ਨਾਗਸੇਨ ਨੂੰ ਪੁੱਛਦਾ ਹੈ, ਨਾਗਸੇਨ ਤੇਰੀ ਉਮਰ ਕਿੰਨੀ ਹੈ? ਉਹ ਕਹਿੰਦਾ 7 ਸਾਲ। ਕਮਾਲ ਹੋ ਗਈ, 7 ਸਾਲ ਕਿਉਂ ਹੈ ਤੇਰੀ ਉਮਰ? ਵੇਖਣ ਵਿੱਚ ਤੇ ਤੇਰੀ ਉਮਰ 45-50 ਸਾਲ ਲੱਗਦੀ ਹੈ, 7 ਸਾਲ ਕਿਉਂ ਹੈ? ਕਹਿੰਦਾ ਇਹ 7 ਸਾਲ ਮੇਰੀ ਉਦੋਂ ਦੀ ਹੈ ਜਦੋਂ ਦੀ ਮੈਂ ਦੀਕਸ਼ਾ ਪ੍ਰਾਪਤ ਕੀਤੀ ਹੈ। ਜਦੋਂ ਦਾ ਮੈਂ ਨਿਰਵਾਣ ਵੱਲ ਤੁਰਿਆ, ਮੈਂ ਉਮਰ ਉਦੋਂ ਤੋਂ ਕਾਊਂਟ ਕਰਦਾ। ਅਕਸਰ ਬੋਧ ਭਿਕਸ਼ੂਕਾਂ 'ਚ ਉਮਰ ਉਦੋਂ ਤੋਂ ਹੀ ਕਾਊਂਟ ਕੀਤੀ ਜਾਂਦੀ ਹੈ। ਕਹਿੰਦਾ ਮੇਰੀ ਉਮਰ 7 ਸਾਲ ਹੈ। ਫਿਰ ਉਹ ਇੱਕ ਹੋਰ ਬੜਾ ਕੀਮਤੀ ਸਵਾਲ ਪੁੱਛਦਾ ਹੈ, ਕਹਿੰਦੇ ਤੂੰ 7 ਸਾਲ ਦਾ ਹੈ ਕਿ 7 ਤੇਰੇ ਕਰਕੇ ਹੈ ਕਿ ਤੂੰ 7 ਕਰਕੇ ਹੈ? ਕਹਿੰਦੇ ਨਹੀਂ, 7 ਮੇਰੇ ਕਰਕੇ, ਮੈਂ 7 ਕਰਕੇ ਨਹੀਂ ਆ, ਮੈਂ ਹਾਂ ਤੇ 7 ਹੈ। ਇਹ 7 ਸਾਲ ਨੇ ਜਿਹੜੇ ਕਿਉਂ ਨੇ? ਕਿਉਂਕਿ ਮੈਂ ਹਾਂ। ਜੇ ਮੈਂ ਹੀ ਨਾ ਹੋਵਾਂਗਾ ਫਿਰ 7 ਸਾਲ ਵੀ ਨਹੀਂ ਰਹਿਣਗੇ। ਇਸ ਕਰਕੇ ਉਹ ਕਹਿੰਦਾ ਹੈ, ਮਹਾਰਾਜ ਵਿਰਾਗ ਉਹਦੇ ਅੰਦਰ ਆਇਆ। ਕਿਉਂ? ਕਹਿੰਦੇ ਮੈਂ ਜਿਹੜੀ ਇੰਨੀ ਉਮਰ ਹੈ ਉਹ ਹਠੀਲੇ ਦੇ ਵਿੱਚ ਹੀ ਗਵਾ ਲਈ। ਆਪਣੀ ਜਿਹੜੀ ਇੰਨੀ ਉਮਰ ਹੈ ਐਵੇਂ ਦੁਨਿਆਵੀ ਤੌਰ ਤੇ ਕਿਸੇ ਦੀ ਨਿੰਦਾ ਚੁਗਲੀ 'ਚ ਹੀ ਬਿਤਾ ਲਈ। ਵੈਸੇ ਐਸਾ ਵਿਰਾਗ ਦਾ ਜਲ ਕਦੇ ਕਦੇ ਕਿਸੇ ਮਨੁੱਖ ਦੇ ਅੰਦਰ ਵਹਿ ਤੁਰਦਾ ਹੈ। ਹਰੇਕ ਮਨੁੱਖ ਨੂੰ ਜਦੋਂ ਤਾਈਂ ਸਵਾਦ ਦੁਨਿਆਵੀ ਮਾਣ ਮਰਿਆਦਾ ਦਾ ਹੈ, ਉਦੋਂ ਤਾਈਂ ਇਹ ਰਸ ਨਹੀਂ ਮਿਲਦਾ। ਕਈ ਵਾਰੀ ਐਸਾ ਵੀ ਹੁੰਦਾ ਹੈ, ਇਹ ਰਸ ਨਾ ਪ੍ਰਾਪਤ ਹੋਣ ਦਾ ਕਾਰਨ ਕੀ ਹੈ? ਜਿਵੇਂ ਜਨਮ ਤੋਂ ਹੀ ਇੱਕ ਮਨੁੱਖ ਨੂੰ ਬੇੜੀਆਂ ਵਿੱਚ ਜਕੜਿਆ ਹੋਇਆ, 20 ਸਾਲ ਦਾ ਹੋ ਗਿਆ, ਉਹਨੂੰ ਬੇੜੀਆਂ ਦੇ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ। 20 ਸਾਲ 'ਚ ਜਾ ਕੇ ਉਹਦੀ ਇੱਕ ਬਾਂਹ ਤੋਂ ਬੇੜੀ ਖੋਲ ਦਵੋ। ਹੁਣ ਜਦੋਂ ਇੱਕ ਬਾਂਹ ਤੋਂ ਬੇੜੀ ਖੁੱਲੇਗੀ ਨਾ, ਉਹ ਕਹੇਗਾ ਬੜਾ ਆਨੰਦ ਆ ਰਿਹਾ ਅੱਜ, ਮੈਂ ਤੇ 20 ਸਾਲ ਬੇੜੀ ਵਿੱਚ ਹੀ ਗੁਜ਼ਾਰ ਲਏ, ਮੇਰੀ ਦੂਜੀ ਵੀ ਖੋਲੋ। ਦੂਜੀ ਖੋਲੀ, ਦੋਵੇਂ ਬਾਹਾਂ ਸੁਤੰਤਰ ਹੋ ਗਈਆਂ। ਅੱਜ ਬੜਾ ਖੁਸ਼ ਹੋਇਆ ਤੇ ਨਾਲ ਰੋਣ ਵੀ ਲੱਗ ਪਿਆ। ਕਿਉਂ? ਇਸ ਕਰਕੇ ਮਨੁੱਖ ਰੋਏਗਾ, ਮੈਂ 20 ਸਾਲ ਬੇੜੀਆਂ ਵਿੱਚ ਹੀ ਗੁਜ਼ਾਰ ਲਏ। ਜਿਵੇਂ ਅਸੀਂ ਇੱਥੇ ਬੈਠੇ ਹਾਂ, ਮੈਂ ਇਹਦਾ ਇੱਕ ਹੋਰ ਉਦਾਹਰਣ ਲੈਣਾ ਹਾਂ। ਅਸੀਂ ਇੱਥੇ ਬੈਠੇ ਹਾਂ, ਜਿਹੜੇ ਲੋਕ ਅਮਰੀਕਾ ਜਾਂ ਕੈਨੇਡਾ ਜਾਂਦੇ ਨੇ ਨਾ, ਅਕਸਰ ਜਦੋਂ ਸਾਡੇ ਦੇਸ਼ ਵਾਪਸ ਮੁੜਦੇ ਨੇ, ਉਹ ਕਹਿੰਦੇ ਨੇ ਜ਼ਿੰਦਗੀ ਤੇ ਉੱਥੇ ਹੈ, ਅਸੀਂ ਤੇ 50 ਸਾਲ ਐਵੇਂ ਹੀ ਗਵਾ ਲਏ। ਕਿਉਂ? ਉੱਥੇ ਬੜੀ ਸਫਾਈ ਹੈ। 50 ਸਾਲ ਤੇ ਉਹਨਾਂ ਨੂੰ ਨਾ ਬਦਬੂ ਆਈ ਨਾ ਸਫਾਈ ਦਾ ਪਤਾ ਲੱਗਾ। ਕਿਉਂ? ਇਸ ਰਸ ਤੋਂ ਵੱਡਾ ਰਸ ਨਹੀਂ ਸੀ ਵੇਖਿਆ। ਜਿਸ ਦਿਨ ਇਸ ਤੋਂ ਵੱਡਾ ਰਸ ਪਤਾ ਲੱਗ ਜਾਏਗਾ, ਉਸੇ ਦਿਨ ਮਨੁੱਖ ਇਹਨੂੰ ਵੈਰਾਗ ਪੈਦਾ ਹੋ ਜਾਏਗਾ। ਨਾਲੋਂ ਨਾਲ ਇਹਦੀਆਂ ਅੱਖਾਂ ਦੇ ਵਿੱਚੋਂ ਵੈਰਾਗ ਦੇ ਜਿਹੜੇ ਅਥਰੂ ਨੇ ਉਹ ਵਹਿ ਤੁਰਦੇ ਹਨ। ਪ੍ਰਥਮ ਕੁਕਰਮਨ ਕੋ ਪਛੁਤਾਵਤ, ਗੁਰ ਕੋ ਬਚਨ ਹਿਰਦੈ ਪੁਨ ਭਾਵਤ। ਪਹਿਲਾਂ ਤੇ ਆਪਣੇ ਕੁਕਰਮਾਂ ਕਰਕੇ ਭਾਈ ਬਹੋੜੇ ਨੂੰ ਵਿਰਾਗ ਹੋ ਗਿਆ। ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਬੜਾ ਹੀ ਪ੍ਰਸੰਨ ਹੁੰਦਾ ਹੈ। ਲੱਗਿਓ ਸੇਵ ਕਰਦੇ ਸਤ ਕਰ ਕੀ, ਬੰਦਿਓ ਪ੍ਰੇਮ ਸਰਦਾ ਧਰ ਉਰ ਕੀ। ਫਿਰ ਭਾਈ ਬਹੋੜਾ ਸਤਿਗੁਰੂ ਜੀ ਦੀ ਸੇਵਾ ਕਰਨ ਲੱਗਾ। ਹਿਰਦੇ ਦੇ ਵਿੱਚ ਬੜੀ ਹੀ ਸ਼ਰਧਾ ਵੱਧ ਗਈ ਹੈ। ਕੇਤਕ ਦਿਵਸ ਮਹਿ ਤਿਸ ਕੋ ਹੇਰਾ, ਕਰਿਓ ਨਿਕੰਦਨ ਮੋਹ ਵਡੇਰਾ। ਥੋੜੇ ਹੀ ਦਿਨਾਂ ਦੇ ਵਿੱਚ ਉਸਨੇ ਜਿਹੜੇ ਮੋਹ ਦੇ ਸੰਸਕਾਰ ਹਨ ਉਹਨਾਂ ਨੂੰ ਖਤਮ ਕਰ ਲਿਆ। ਜਿਵੇਂ ਜਿਵੇਂ ਮੋਹ ਦੇ ਸੰਸਕਾਰ, ਕਿਉਂਕਿ ਸੇਵਾ ਕਰਦਿਆਂ ਕਰਦਿਆਂ ਰੋਜ਼-ਰੋਜ਼ ਹੀ ਸੰਸਕਾਰ ਬਣਦੇ ਨੇ, ਰੋਜ਼-ਰੋਜ਼ ਹੀ ਸੰਸਕਾਰ ਕੱਟੇ ਜਾਂਦੇ ਨੇ। ਰੋਜ਼ ਤੇ ਰੋਜ਼ ਹੀ ਜਾਂ ਤੇ ਮਨੁੱਖ ਪਾਪ ਵੱਲ ਜਾ ਰਿਹਾ ਹੈ ਜਾਂ ਪੁੰਨ ਵੱਲ ਜਾ ਰਿਹਾ ਹੈ।
ਇਹ ਇੰਨੀ ਵਿਸ਼ਲੇਸ਼ਣ ਵਾਲੀ ਮਤ ਕਿਸੇ ਕਿਸੇ ਦੀ ਹੁੰਦੀ ਹੈ। ਸੈਲਫ ਰਿਅਲਾਈਜੇਸ਼ਨ, ਸੈਲਫ ਵਿਸ਼ਲੇਸ਼ਣ ਕੋਈ ਵਿਰਲਾ ਮਨੁੱਖ ਆਪਣੇ ਆਪ ਦਾ ਕਰਦਾ ਹੈ। ਦੁਨਿਆਵੀ ਤੌਰ ਤੇ ਮੈਂ ਬੜੀ ਵਾਰੀ ਆਪ ਜੀ ਦੇ ਸਾਹਮਣੇ ਬੇਨਤੀ ਕੀਤੀ ਹੈ, ਬੜੇ ਐਸੇ ਲੋਕ ਨੇ ਆਨੰਦ ਦੇ ਉੱਤੇ ਉਹਨਾਂ ਦੀਆਂ 5-5 ਕਿਤਾਬਾਂ ਹਨ, ਪਰ ਆਪਣੀ ਜ਼ਿੰਦਗੀ ਵਿੱਚ ਆਨੰਦ ਹੈ ਜਾਂ ਨਹੀਂ ਹੈ ਇਹਦਾ ਵਿਸ਼ਲੇਸ਼ਣ ਉਹਨਾਂ ਕਦੇ ਵੀ ਨਹੀਂ ਕੀਤਾ। ਹੋ ਸਕਦਾ ਹੈ ਕਰਮਾਂ ਦੇ ਉੱਤੇ 10 ਕਿਤਾਬਾਂ ਲਿਖ ਦਿੱਤੀਆਂ ਹੋਣ, ਪਰ ਇਹ ਜ਼ਰੂਰੀ ਨਹੀਂ ਜਿਹਨੇ ਕਰਮਾਂ ਦੇ ਉੱਤੇ 10 ਕਿਤਾਬਾਂ ਲਿਖ ਦਿੱਤੀਆਂ ਨੇ, 10 ਲੈਕਚਰ ਬੋਲ ਦਿੱਤੇ ਨੇ, ਉਹਦੇ ਆਪਣੇ ਕਰਮ ਵੀ ਠੀਕ ਹੋਣ, ਇਹ ਜ਼ਰੂਰੀ ਨਹੀਂ ਹੈ। ਕਿਉਂ? ਕਿਉਂਕਿ ਸੈਲਫ ਰਿਅਲਾਈਜੇਸ਼ਨ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੀ ਮਨੁੱਖ ਕਰਦਾ ਹੈ। ਦੁਨਿਆਵੀ ਤੌਰ ਤੇ ਵਿਸ਼ਲੇਸ਼ਣ ਹਰੇਕ ਮਨੁੱਖ ਹੀ ਕਰ ਲੈਂਦਾ ਹੈ। ਕਿਰਪਾ ਦ੍ਰਿਸ਼ਟ ਕਰ ਬਖਸ਼ਿਓ ਨਾਮ, ਜਿਸ ਤੇ ਭਏ ਸਪੂਰਨ ਕਾਮ। ਸਤਿਗੁਰੂ ਜੀ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਸ ਨੂੰ ਨਾਮ ਬਖਸ਼ ਦਿੱਤਾ। ਸਤਿਗੁਰੂ ਜੀ ਨੇ ਵੇਖਿਆ ਇਹ ਅਧਿਕਾਰੀ ਹੈ, ਅਧਿਕਾਰੀ ਸਮਝ ਕੇ ਉਹਨੂੰ ਨਾਮ ਦੀ ਦਾਤ ਬਖਸ਼ ਦਿੱਤੀ। ਜਿਵੇਂ ਭਾਈ ਮੰਝ ਨੂੰ ਮਹਾਰਾਜ ਨੇ ਬੜੀ ਵਾਰੀ ਕਿਹਾ, ਭਾਈ ਮੰਝ ਹਜੇ ਵੀ ਜੇ ਤੂੰ ਚਾਹੁੰਦਾ ਹੈ ਤੇ ਤੂੰ ਵਾਪਸ ਉੱਥੇ ਹੀ ਜਾ ਸਕਦਾ ਹੈ ਜਿੱਥੋਂ ਤੂੰ ਆਇਆ ਹੈ। ਕਿਉਂਕਿ ਗੁਰੂ ਨੂੰ, ਮੈਂ ਬੜੀ ਵਾਰੀ ਇਹ ਬੇਨਤੀ ਆਪ ਜੀ ਦੇ ਸਨਮੁਖ ਕੀਤੀ ਹੈ, ਗੁਰੂ ਨੂੰ ਮਨੁੱਖਾਂ ਦੀ ਲੋੜ ਨਹੀਂ ਹੈ। ਇੱਥੇ ਬਹੁਤੀ ਭੀੜ ਗੁਰਦੁਆਰੇ ਵਿੱਚ ਹੋਏ ਐਸਾ ਗੁਰੂ ਨਹੀਂ ਚਾਹੁੰਦਾ। ਇੱਥੇ ਪੋਲੀਟੀਕਲੀ ਪ੍ਰੇਰਿਤ ਹੁੰਦਾ ਹੈ ਸਾਰਾ ਹੀ ਕੰਮ। ਵੱਧ ਤੋਂ ਵੱਧ ਲੋਕਾਂ ਨੂੰ ਜੋੜ ਦੇਵੋ। ਗੁਰੂ ਨੇ ਕਦੀ ਲੋਕਾਂ ਨੂੰ ਇਸ ਤਰੀਕੇ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਆਪਣੀ ਮਰਜ਼ੀ ਨਾਲ ਜਿਹਨੇ ਆਉਣਾ ਹੈ, ਜਿਹਦੇ ਅੰਦਰ ਭੁੱਖ ਲੱਗਦੀ ਹੈ, ਉਹ ਗੁਰੂ ਤੋਂ ਉਪਦੇਸ਼ ਲੈ ਸਕਦਾ ਹੈ। ਗੁਰੂ ਦੀ ਵਡਿਆਈ ਇਸ ਵਿੱਚ ਨਹੀਂ ਹੁੰਦੀ ਉਹਦੇ ਅਨੁਯਾਈ ਕਿੰਨੇ ਨੇ, ਇਹਦੇ ਵਿੱਚ ਅਸੀਂ ਕਿਸੇ ਨੂੰ ਨਹੀਂ ਤੋਲ ਸਕਦੇ। ਦੁਨੀਆ ਤੇ ਬੜੇ ਐਸੇ ਲੋਕ ਨੇ ਜਿਨ੍ਹਾਂ ਦੇ ਬੜੇ ਬੜੇ ਫੋਲੋਵਰਸ ਨੇ, ਅਨੁਯਾਈ ਬੜੇ ਨੇ, ਪਰ ਉਹਨਾਂ ਦੀ ਜਿਹੜੀ ਇਕਲਾਖੀ ਜ਼ਿੰਦਗੀ ਹੈ ਉਹ ਠੀਕ ਨਹੀਂ ਹੈ। ਜੇ ਗੁਰੂ ਦਾ ਦਰਜਾ ਅਨੁਯਾਈ ਤੋਂ ਲਗਾਇਆ ਜਾਏਗਾ, ਫਿਰ ਗੁਰੂ ਗ੍ਰੰਥ ਸਾਹਿਬ ਤੋਂ ਵੱਡੇ ਗੁਰੂ ਹੋਰ ਬੜੇ ਨੇ ਦੁਨੀਆ ਵਿੱਚ। ਅਨੁਯਾਈ ਕਿੰਨੇ ਨੇ, ਇਹ ਤੋਂ ਕਦੇ ਵੀ ਗੁਰੂ ਦਾ ਦਰਜਾ ਨਹੀਂ ਲਗਾਇਆ ਜਾ ਸਕਦਾ। ਗੁਰੂ ਆਪਣੇ ਆਪ ਵਿੱਚ ਮੁਕਤ ਹੈ, ਉਹਦੇ ਕੋਲ ਕੋਈ ਭਾਵੇਂ 4 ਆ ਜਾਣ, ਭਾਵੇਂ 50 ਆ ਜਾਣ। ਤਾਂ ਹੀ ਮਹਾਰਾਜ ਕਹਿੰਦੇ ਨੇ ਜਿਵੇਂ ਰੱਬ ਹੁੰਦਾ ਹੈ ਵੈਸਾ ਹੀ ਗੁਰੂ ਹੁੰਦਾ ਹੈ। ਸਾਰੇ ਲੋਕੀ ਗੁਰੂ ਦੀ ਵਡਿਆਈ ਕਰਨਗੇ, ਉਹ ਵੱਧ ਨਹੀਂ ਜਾਏਗਾ। ਜੇ ਸਾਰੇ ਲੋਕੀ ਮਾੜਾ ਕਹਿ ਦੇਣਗੇ, ਉਹ ਘਟੇਗਾ ਵੀ ਨਹੀਂ। ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਵੱਧਦਾ ਹੈ ਨਾ ਘਟਦਾ ਹੈ। ਅਸੀਂ ਜੇ ਬਾਰ-ਬਾਰ ਕਵਾਂਗੇ ਗੁਰੂ ਬੜਾ ਵੱਡਾ ਹੈ, ਸਾਡੇ ਕਹਿਣ ਨਾਲ ਨਹੀਂ ਉਹ ਵਧੇਗਾ, ਉਹ ਪਹਿਲਾਂ ਹੀ ਵੱਡਾ ਹੈ। ਅਸੀਂ ਭਾਵੇਂ ਕਹੀਏ ਭਾਵੇਂ ਨਾ ਕਹੀਏ, ਕਹਿਣ ਦੇ ਨਾਲ ਸਾਡਾ ਭਲਾ ਤੇ ਹੋ ਸਕਦਾ ਹੈ, ਉਹ ਪਹਿਲਾਂ ਹੀ ਵੱਡਾ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਅਧਿਕਾਰੀ ਜਾਣਿਆ, ਅਧਿਕਾਰੀ ਜਾਣ ਕੇ ਉਸ ਨੂੰ ਉਪਦੇਸ਼ ਦੇ ਦਿੱਤਾ। ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਹੈ, ਉਪਦੇਸ਼ ਅਧਿਕਾਰੀ ਸਮਝ ਕੇ ਹੀ ਕਰਨਾ ਚਾਹੀਦਾ ਹੈ। ਇੱਕ ਗ੍ਰੰਥ ਹੈ ਸਾਰ ਕੁਤਾਵਲੀ, ਉਹਦੇ ਵਿੱਚ ਇਹ ਛੋਟੀ ਜੀ ਕਹਾਣੀ ਹੈ। ਆਮ ਸਾਡੇ ਬਜ਼ੁਰਗ ਪਿੰਡਾਂ ਦੇ ਵਿੱਚ ਇਹਨੂੰ ਅਕਸਰ ਕਿਹਾ ਕਰਦੇ ਸੀ। ਬੜਾ ਮੀਂਹ ਪਿਆ, ਚਿੜੀ ਨੇ ਆਪਣਾ ਆਲ੍ਹਣਾ ਬਣਾਇਆ ਹੋਇਆ ਸੀ। ਚਿੜੀ ਆਰਾਮ ਨਾਲ ਆਪਣੇ ਆਲ੍ਹਣੇ ਵਿੱਚ ਬੈਠੀ, ਬਾਂਦਰ ਜਿਹੜਾ ਹੈ ਉਹ ਭਿੱਜ ਰਿਹਾ ਸੀ ਬਾਰਿਸ਼ ਦੇ ਵਿੱਚ। ਚਿੜੀ ਉਹਨੂੰ ਕਹਿੰਦੀ ਹੈ, ਤੇਰੇ ਹੱਥ ਵੀ ਨੇ, ਤੇਰੇ ਪੈਰ ਵੀ ਨੇ, ਤੂੰ ਆਪਣਾ ਆਲ੍ਹਣਾ ਕਿਉਂ ਨਹੀਂ ਬਣਾ ਲੈਂਦਾ? ਹੁਣ ਉਪਦੇਸ਼ ਤੇ ਉਹਨੇ ਕਰ ਦਿੱਤਾ, ਪਰ ਕਰ ਗਲਤ ਥਾਂ ਤੇ ਦਿੱਤਾ। ਬਾਂਦਰ ਕਹਿੰਦਾ ਹੈ, ਮੈਂ ਤੇ ਆਪਣਾ ਘਰ ਬਣਾਵਾਂ ਨਾ ਬਣਾਵਾਂ, ਇੱਕ ਵਾਰੀ ਮੀਂਹ ਰੁਕ ਜਾਏ ਤੇਰਾ ਜ਼ਰੂਰ ਤੋੜ ਦਿਆਂਗਾ। ਭਾਵ ਉਪਦੇਸ਼ ਅਧਿਕਾਰੀ ਸਮਝ ਕੇ ਹੀ ਕਰਨਾ ਚਾਹੀਦਾ ਹੈ। ਜਿਹੜਾ ਅਧਿਕਾਰੀ ਨਹੀਂ, ਉਸ ਨੂੰ ਉਪਦੇਸ਼ ਵੀ ਨਹੀਂ ਕੀਤਾ ਜਾ ਸਕਦਾ ਹੈ। ਸਤਿਗੁਰ ਸ਼ਬਦ ਪ੍ਰੇਮ ਮੈਂ ਪਾਗਾ, ਜਨਮ ਜਨਮ ਕੋ ਸੋਇਓ ਜਾਗਾ। ਸਤਿਗੁਰੂ ਮਹਾਰਾਜ ਜੀ ਦੇ ਸ਼ਬਦਾਂ ਦੇ ਨਾਲ ਪ੍ਰੇਮ ਜਾਗਿਆ। ਜਨਮਾਂ ਜਨਮੰਤਰਾਂ ਦਾ ਸੁੱਤਾ ਹੋਇਆ ਜਿਹੜਾ ਮਨ ਹੈ ਉਹ ਜਾਗ ਪਿਆ ਹੈ। ਭਇਓ ਬਹੋੜਾ ਬਹੁਤ ਨਿਹਾਲ, ਨਿਕਟ ਬੁਲਾਇਓ ਗੁਰੂ ਕਿਰਪਾਲ। ਭਾਈ ਬਹੋੜਾ ਜੀ ਬੜਾ ਨਿਹਾਲ ਹੋ ਗਿਆ। ਕਿਰਪਾਲੂ ਗੁਰੂ ਜੀ ਨੇ ਭਾਈ ਬਹੋੜੇ ਨੂੰ ਪਾਸ ਬੁਲਾ ਲਿਆ ਹੈ। ਕਹੋ ਅਬ ਤੂੰ ਗ੍ਰਹਿ ਕੋ ਜਾਵੋ, ਔਰ ਆਨੰਦ ਕਰ ਹਰ ਗੁਣ ਗਾਵੋ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਬਹੋੜਾ ਹੁਣ ਤੂੰ ਆਪਣੇ ਘਰ ਜਾ, ਆਪਣੇ ਘਰ ਦੇ ਵਿੱਚ ਹੀ ਰਹਿਣਾ ਹੈ, ਬੰਦਗੀ ਕਰਨੀ ਹੈ, ਆਪ ਨਾਮ ਜਪਣਾ ਹੈ, ਦੂਜਿਆਂ ਨੂੰ ਵੀ ਪਰਮੇਸ਼ਰ ਦੇ ਨਾਲ ਜੋੜਨਾ ਹੈ। ਕਾਲ ਬਿਤਾਵੋ ਮਿਲ ਸਤ ਸੰਗ, ਪ੍ਰੇਮਾ ਭਗਤ ਬਿਖੈ ਮਨ ਰੰਗ।
ਸਤ ਸੰਗਤ ਵਿੱਚ ਮਿਲ ਕੇ ਸਮਾਂ ਬਿਤਾਵੋ, ਪ੍ਰੇਮ ਭਗਤੀ ਦੇ ਵਿੱਚ ਮਨ ਨੂੰ ਰੰਗੋ। ਹਮੇਸ਼ਾ ਆਪਣੇ ਆਪ ਨੂੰ ਨੀਵਾਂ ਸਮਝ ਕੇ ਪਰਮਾਤਮਾ ਨੂੰ ਹੀ ਸਾਰੀ ਸ੍ਰਿਸ਼ਟੀ ਦਾ ਕਰਨਹਾਰ ਜਾਣ ਕੇ ਉਸ ਦੇ ਰੰਗ ਵਿੱਚ ਰੰਗੇ ਰਹਿਣਾ ਹੈ। ਕਰੀ ਬਹੋੜੇ ਪੁਨ ਅਰਦਾਸ, ਸ੍ਰੀ ਸਤਿਗੁਰ ਮੈਂ ਰਾਮ ਅਰਦਾਸ। ਭਾਈ ਬਹੋੜੇ ਨੇ ਫਿਰ ਅਰਦਾਸ ਕੀਤੀ, ਕਹਿੰਦੇ ਸਤਿਗੁਰੂ ਜੀ ਮੈਂ ਤੇ ਆਪ ਦਾ ਸੇਵਕ ਹਾਂ, ਤੁਹਾਡੇ ਹੀ ਨਾਮ ਦੇ ਦਿੱਤੇ ਰੰਗ ਵਿੱਚ ਰੰਗਿਆ ਹੋਇਆ ਹਾਂ। ਕੌਣ ਜੀਵਕਾ ਕੋ ਮੈਂ ਕਰੋ, ਜਿਸ ਤੇ ਭਵਜਲ ਦੁਸਤਰ ਤਰੋ। ਸਤਿਗੁਰੂ ਜੀ ਮੈਨੂੰ ਇਹ ਦੱਸੋ ਮੈਂ ਕਿਹੜਾ ਕੰਮ ਕਰਾਂ, ਕਿਉਂਕਿ ਮੈਂ ਕਾਰ ਵਿਹਾਰ ਤੇ ਕਰਨਾ ਹੀ ਹੈ ਦੁਨੀਆ ਵਿੱਚ। ਮੈਨੂੰ ਇਹ ਦੱਸੋ ਮੈਂ ਕਿਹੜਾ ਕੰਮ ਕਰਾਂ ਜਿਹੜੇ ਕੰਮ ਦੇ ਕਰਨ ਦੇ ਨਾਲ ਨਾਲ ਇਹ ਭਵਜਲ ਜਗਤ ਨੂੰ ਮੈਂ ਪਾਰ ਹੋ ਜਾਵਾਂ। ਜਿਸ ਮੈਂ ਦੋਸ਼ ਨ ਲਾਗੈ ਕੋਈ, ਅਬਰਾਵਰ ਆਗਿਆ ਦੇਹੁ ਸੋਈ। ਮੈਨੂੰ ਐਸਾ ਰੁਜ਼ਗਾਰ ਦੱਸ ਦੇਵੋ ਜਿਹੜਾ ਮੈਂ ਕਰਾਂ ਤੇ ਕਰਨ ਦੇ ਨਾਲ ਮੈਨੂੰ ਕੋਈ ਵੀ ਵਕਾਰਾਂ ਦੀ ਮੈਲ ਨਾ ਲੱਗੇ। ਸ੍ਰੀ ਅਰਜਨ ਸੁਨ ਗਿਰਾ ਉਚਾਰੀ, ਤਿਆਗੋ ਕੁਲ ਕੀ ਕਿਰਤ ਕੁਪਾਰੀ। ਸਤਿਗੁਰੂ ਜੀ ਨੇ ਕਿਹਾ ਭਾਈ ਬਹੋੜਾ ਤੁਹਾਡੀ ਕੁੱਲ ਦੇ ਅੰਦਰ ਜਿਵੇਂ ਕੀਰਤ ਚੱਲੀ ਆਉਂਦੀ ਹੈ, ਲੋਕਾਂ ਤੋਂ ਬਾਰ-ਬਾਰ ਧਨ ਲੁੱਟ ਕੇ ਖਾਇਆ ਜਾਂਦਾ ਹੈ, ਐਸਾ ਕੰਮ ਤੂੰ ਦੁਬਾਰਾ ਕਦੇ ਵੀ ਨਹੀਂ ਕਰਨਾ ਹੈ। ਮਮ ਹਿਤ ਗ੍ਰਹਿ ਮੈਂ ਲੰਗਰ ਕੀਜੈ, ਆਏ ਖੁਦਤ ਨਰ ਤਿਨ ਕੋ ਦੀਜੈ। ਤੁਸੀਂ ਆਪਣੀ ਕਿਰਤ ਕਰਨੀ ਹੈ, ਨਾਲ ਜਿਹੜੇ ਵੀ ਤੁਹਾਡੇ ਘਰ ਵਿੱਚ ਆਉਂਦੇ ਨੇ ਉਹਨਾਂ ਨੂੰ ਲੰਗਰ ਛਕਾਉਣਾ ਹੈ। ਇੱਕ ਬੇਨਤੀ ਮੈਂ ਸਾਧ ਸੰਗਤ ਕਰਦੇ ਹਾਂ, ਜਦੋਂ ਅਸੀਂ ਦੁਨਿਆਵੀ ਤੌਰ ਤੇ ਦੁਕਾਨ ਕਰਦੇ ਹਾਂ, ਬਿਜ਼ਨਸ ਕਰਦੇ ਹਾਂ, ਕੋਈ ਵੀ ਰੁਜ਼ਗਾਰ ਕਰਦੇ ਹਾਂ, ਇਹਦੇ ਵਿੱਚ ਕੋਈ ਵੀ ਵਲੇਵੇ ਵਾਲੀ ਗੱਲ ਨਹੀਂ, ਕੋਈ ਵੀ ਡਾਊਟ ਵਾਲੀ ਗੱਲ ਨਹੀਂ ਹੈ। ਅਗਰ ਅਸੀਂ ਆਪਣਾ ਕੰਮ ਕਰਦੇ ਹਾਂ ਔਰ ਵਿਹਾਰ ਠੀਕ ਨਹੀਂ ਰੱਖਦੇ, ਕਿਸੇ ਤੋਂ 200 ਦੀ ਥਾਂ ਤੇ 500 ਲੈ ਰਹੇ ਹਾਂ, 500 ਦੀ ਥਾਂ ਤੇ 1000 ਲੈ ਰਹੇ ਹਾਂ, ਉਹਦੇ ਨਾਲ ਦੁਨਿਆਵੀ ਧਨ ਤੇ ਵੱਧ ਜਾਏਗਾ। ਬੜੇ ਲੋਕਾਂ ਕੋਲ ਬਹੁਤ ਵੱਡਾ ਦੁਨਿਆਵੀ ਧਨ ਹੈ। ਇਹ ਹੋ ਸਕਦਾ ਦੁਨਿਆਵੀ ਤੌਰ ਤੇ ਧਨ ਤੇ ਵੱਧ ਜਾਏ, ਪਰ ਆਤਮਿਕ ਤੌਰ ਤੇ ਮਨੁੱਖ ਕੰਗਾਲ ਹੋ ਜਾਂਦਾ ਹੈ। ਬਾਹਰੀ ਤੌਰ ਤੇ ਧਨ ਵਧਣ ਦੇ ਨਾਲ ਕਦੇ ਵੀ ਆਨੰਦ ਨਹੀਂ ਮਿਲਦਾ, ਕਦੇ ਵੀ ਖੁਸ਼ੀ ਨਹੀਂ ਮਿਲਦੀ। ਜੇ ਬਾਹਰੀ ਤੌਰ ਤੇ ਧਨ ਵਧਣ ਦੇ ਨਾਲ ਖੁਸ਼ੀ ਮਿਲ ਜਾਂਦੀ ਹੈ, ਮਨੁੱਖ ਕਦੇ ਵੀ ਝਗੜੇ ਹੀ ਨਾ। ਮੰਨ ਲਓ ਇੱਕ ਮਨੁੱਖ ਹੈ, ਜੇ ਉਹ ਚਾਹ ਰਿਹਾ ਹੈ ਪਰਮਾਤਮਾ ਮੈਨੂੰ 50 ਕਰੋੜ ਰੁਪਇਆ ਦੇ ਦੇ ਤੇ ਮੈਂ ਖੁਸ਼ ਹੋ ਜਾਵਾਂਗਾ, ਮੈਂ ਬਾਰ-ਬਾਰ ਝਗੜਾਂਗਾ ਨਹੀਂ। ਕਿ ਬਾਹਰੀ ਤੌਰ ਤੇ ਪੈਸਾ ਮਿਲਣ ਦੇ ਨਾਲ ਅੰਦਰੋਂ ਡਰ ਖਤਮ ਹੋ ਜਾਣਗੇ, ਭਰਮ ਭੁਲੇਖੇ ਖਤਮ ਹੋ ਜਾਣਗੇ? ਨਹੀਂ, ਕਿਉਂਕਿ ਇਹ ਜਿਹੜੀ ਅਵਿਦਿਆ ਹੈ, ਜਿਹੜੇ ਇਹ ਭਾਨ ਨੇ, ਇਹ ਜਿਹੜੇ ਮਨੁੱਖ ਨੂੰ ਵਿਕਾਰ ਲੱਗੇ ਹੋਏ ਨੇ, ਇਹ ਇਹਦੀ ਜੀਵ ਆਤਮਾ ਨਾਲ ਨੇ। ਇਹਨਾਂ ਦਾ ਇਲਾਜ ਅੰਦਰੋਂ ਹੋਣਾ ਹੈ, ਬਾਹਰੋਂ ਨਹੀਂ ਹੋਣਾ। ਇਸ ਕਰਕੇ ਆਪਾਂ ਆਪਣੀ ਲੋਕੈਲਿਟੀ ਦੇ ਵਿੱਚ, ਆਪਣੇ ਪੜੋਸ ਵਿੱਚ ਵੇਖ ਸਕਦੇ ਹਾਂ, ਬੜੇ ਐਸੇ ਲੋਕ ਹੋਣਗੇ ਜਿਹੜੇ ਦੁਨਿਆਵੀ ਤੌਰ ਤੇ ਦੌਲਤ ਵਿੱਚ ਆਪ ਤੋਂ ਬੜੇ ਅੱਗੇ ਹੋਣਗੇ। ਚਲੋ ਇਸ ਸ਼ਹਿਰ ਵਿੱਚ ਨਹੀਂ ਹੋਣਗੇ, ਕਰਨਾਲ ਵਿੱਚ ਹੋਣਗੇ, ਹਰਿਆਣੇ ਵਿੱਚ ਹੋਣਗੇ, ਅਮਰੀਕਾ ਵਿੱਚ ਹੋਣਗੇ। ਇਹ ਹੋ ਸਕਦਾ ਦੁਨਿਆਵੀ ਤੌਰ ਤੋਂ ਘਰ ਵੀ ਉਹਨਾਂ ਕੋਲ ਵੱਡੇ ਹੋਣ, ਪਰ ਇਹ ਜ਼ਰੂਰੀ ਨਹੀਂ ਹੈ। ਜਿਨ੍ਹਾਂ ਕੋਲ ਦੁਨਿਆਵੀ ਤੌਰ ਤੇ ਧਨ ਪਦਾਰਥ ਬੜਾ ਹੈ, ਉਹ ਆਤਮਿਕ ਤੌਰ ਤੇ ਬੜੇ ਸੁਲਝੇ ਹੋਏ ਨੇ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਬੜਾ ਆਨੰਦ ਹੈ। ਨਹੀਂ, ਬਾਣੀ ਇਹ ਕਹਿੰਦੀ ਹੈ ਜਿੰਨੇ ਮਨੁੱਖ ਕੋਲ ਜੇ ਰੱਬ ਨੂੰ ਛੱਡ ਕੇ ਸਿਰਫ ਧਨ ਕਮਾਉਂਦਾ ਹੈ, ਜ਼ਿਆਦਾ ਉਲਝ ਜਾਂਦਾ ਹੈ, ਜ਼ਿਆਦੀ ਪਰੇਸ਼ਾਨੀ ਵੱਧ ਜਾਂਦੀ ਹੈ। ਵੇਖੋ ਅੱਜ ਤੇ 4 ਮਨੁੱਖਾਂ ਨੂੰ ਹੈਂਡਲ ਕਰਨਾ ਹੈ, ਫਿਰ ਮਨੁੱਖ ਨੇ 40,000 ਮਨੁੱਖਾਂ ਨੂੰ ਹੈਂਡਲ ਕਰਨਾ ਪੈ ਜੇ ਤੇ ਪਰੇਸ਼ਾਨੀ ਵਧੇਗੀ ਕਿ ਘਟੇਗੀ? ਵੱਧ ਜਾਏਗੀ। ਇਸ ਕਰਕੇ ਜੇ ਤੇ ਰੱਬ ਦਾ ਨਾਂ ਹੈ, ਫਿਰ 4 ਵਿੱਚ ਵੀ ਪਰੇਸ਼ਾਨੀ ਨਹੀਂ ਤੇ 40,000 ਵਿੱਚ ਵੀ ਪਰੇਸ਼ਾਨੀ ਨਹੀਂ। ਕਿਉਂ? ਆਤਮਾ ਸੁਖੀ ਹੋ ਜਾਂਦੀ ਹੈ। ਅਵਿਦਿਆ, ਅਗਿਆਨ, ਐਸੇ ਜਿਹੜੇ ਦੋਸ਼ ਨੇ ਇਹ ਖਤਮ ਹੋ ਜਾਂਦੇ ਨੇ, ਸੋਝੀ ਪੈ ਜਾਂਦੀ ਹੈ। ਇਸ ਕਰਕੇ ਮਨੁੱਖ ਆਪਣੀ ਜ਼ਿੰਦਗੀ 'ਚ ਪਰੇਸ਼ਾਨੀ ਦਾ ਕਾਰਨ ਇੱਕੋ ਹੀ ਸਮਝੀ ਬੈਠਾ ਹੈ, ਮੇਰੇ ਕੋਲ ਦੁਨਿਆਵੀ ਤੌਰ ਤੇ ਮਾਇਆ ਘੱਟ ਹੈ, ਮੈਂ ਦੂਜੇ ਦੇ ਨਾਲੋਂ ਥੱਲੇ ਕਿਉਂ ਹਾਂ? ਕਿਉਂਕਿ ਉਹ ਮੇਰੇ ਤੋਂ ਮਾਇਆ ਵਿੱਚ ਵੱਡਾ ਹੈ। ਮਹਾਰਾਜ ਕਹਿੰਦੇ ਮਾਇਆ ਦੇ ਘਟਣ ਤੇ ਵਧਣ ਦੇ ਨਾਲ ਦੁੱਖ ਤੇ ਸੁੱਖ ਨਹੀਂ ਵੱਧਦਾ। ਮਾਇਆ ਦੇ ਘਟਣ ਤੇ ਵਧਣ ਦੇ ਨਾਲ ਦੁੱਖ ਸੁੱਖ ਤੇ ਹੁੰਦਾ ਹੈ, ਆਨੰਦ ਵਿੱਚ ਕੋਈ ਫਰਕ ਨਹੀਂ ਪੈਂਦਾ।
मैं तो इत्थों ते कहना हाँ, जिन्हां नूं आत्मक तौर ते आनंद आ गया वो आरे दे थल्ले भी बैठे हुंदे ने तां भी उन्हां दे आनंद विच कोई फर्क नहीं पैंदा। तत्ती तवी ते भी बैठे ने, आनंद विच कोई फर्क नहीं है। क्यों? जिन्हां नूं आत्मक आनंद आ जांदा है उन्हां नूं शरीर दी आसक्ति खत्म हो जाती है, सिर्फ आत्मक रस विच ही जुड़ जाते हैं। मम सिद्धि को सदा कमावहो, तन ते हंता बुद्ध उठावहो। सतगुरु जी कहते भाई बहोड़ा एक गल करी अपने घर जाके, जो असीं तैनूं शिक्षा दिती है ना उन्होंने कमाउणा है। कदे भी जिहड़ी शिक्षा है वो लैके घर धरी नहीं जाती, कमाई जाती है। शिक्षा तां ही वधदी है जे शिक्षा नूं याद किया जाए, उहदे बारे विचारिया जाए। जिवें साडे बच्चे स्कूलों में पढ़ते हैं, अपने टीचरां दे कोल सिक्ख्या लैंदे ने, जे वो सिक्ख्या नूं याद ही ना करन, उन्हां सिक्ख्या नूं विचारन ही ना कि वो बच्चा जिंदगी में कुछ कर पाएगा, नहीं, फेल हो जाएगा जिंदगी में। कारण की है? शिक्षा नूं विचारदा ही नहीं, शिक्षा नूं याद ही नहीं करता। इवें जिहड़ा सिख रहरास साहब की बाणी ते करदा है पर गुरु दे रहरास साहब नूं विचारदा नहीं है, गुरु की दसी सिक्ख्या ते तुरदा नहीं है, उन्होंने विचारदा नहीं है, उस दे नाल उहदा भला नहीं हुंदा। जैसी जिंदगी चलती है वैसी ही चलती रहती है। सुख दुख में मानो प्रभ भाना, रहो हरक जुत सदा निमाना। दुख ते सुख नूं भी परमात्मा दा भाना समझना है ते हमेशा ही निमाणे हो के रहना है। और साध संगत भाणे नूं कौन समझ सकता है? जिहड़ा अपने आप नूं बड़ा निमाणा समझ ले, अपनी मत नूं कुछ भी ना समझे। जिवें एक फकीर होया है दुनिया दे विच, शायद हसन, एक दिन अपने अनुयायियों दे नाल जा रहा सी, हथ उन्हें जोड़े हुए ने, जोड़दियां जोड़दियां रब अगे अरदास करदिया सी। रस्ते विच जांदियां पैर उसदा इट दे विच वज्जा, इट विच पैर वजदियां ही नाल दी नाल खून चल पिया पैर विच। वो कहन लगा, परमात्मा तेरा बड़ा शुक्र है, बहुत शुक्र है तेरा। ਉਹਦੇ ਨਾਲ ਦੇ ਜਿਹੜੇ ਅਨੁਯਾਈ ਸੀ, शिक्षक सन ਉਹਦੇ ਨਾਲ, ਉਹ ਕਹਿੰਦੇ ਹਨ, ਕਹਿੰਦੇ ਤੈਨੂੰ ਤੇ परमात्मा ने सट मारी है ਤੇ ਤੂੰ ਫਿਰ ਵੀ ਉਹਦਾ ਸ਼ੁਕਰ ਕਰਦਾ ਹੈ। ਕਹਿੰਦੇ ਮੈਂ ਇਸ ਕਰਕੇ ਉਹਦਾ ਸ਼ੁਕਰ ਕਰ ਰਿਹਾ ਹਾਂ, ਕੀ ਪਤਾ ਲੱਗਦਾ ਹੈ ਇਹ ਸੱਟ ਦੇ ਨਾਲ ਹੀ ਚੱਲ ਗਿਆ, ਕੀ ਪਤਾ ਮੈਨੂੰ ਅੱਜ ਕੋਈ ਆਤਮਿਕ ਨੁਕਸਾਨ ਹੋ ਜਾਂਦਾ, ਅੱਜ ਤੇ ਕੀ ਪਤਾ ਪੈਰ ਤੇ ਹੀ ਟਲ ਗਈ ਹੈ। परमात्मा ने ਮੈਨੂੰ ਪਿਆਰ ਕੀਤਾ ਹੈ, ਉਹਨੂੰ ਮੈਨੂੰ ਪਤਾ ਹੈ ਉਹਨੇ ਕਿਸੇ ਵੱਡੀ ਸੱਟ ਨੂੰ ਛੋਟੀ ਦੇ ਵਿੱਚ ਕੱਢ ਦਿੱਤਾ ਹੈ। ਹੁਣ ਜਿਹੜਾ ਮਨੁੱਖ ਇਵੇਂ ਸੋਚ, ਕਿਉਂਕਿ ਉਹ ਪਤਾ ਕੀ ਕਹਿ ਰਿਹਾ ਹੈ, ਕਹਿੰਦਾ ਮੈਨੂੰ ਪਤਾ ਹੈ ਮੇਰੀ ਮੱਤ ਬੜੀ ਛੋਟੀ ਹੈ। ਜਿਹੜਾ ਮਨੁੱਖ ਆਪਣੀ ਮੱਤ ਨੂੰ ਵੱਡੀ ਸਮਝਦਾ ਹੈ ਉਹੀ ਪਰਮਾਤਮਾ ਨਾਲ ਲੜਦਾ ਹੈ, ਦੂਜਾ ਨਹੀਂ ਲੜਦਾ। ਇਸ ਕਰਕੇ ਕਦੀ ਵੀ ਜਦੋਂ ਦਰਿਆ ਚੱਲਦੇ ਨੇ ਨਾ, ਜਿਹੜੇ ਤੇ ਮਨੁੱਖ ਦਰਿਆਵਾਂ ਦੇ ਨਾਲ ਵਹਿ ਤੁਰਦੇ ਨੇ ਉਹ ਬੜਾ ਆਨੰਦ ਲੈਂਦੇ ਨੇ, ਦਰਿਆਵਾਂ ਵਿੱਚ ਤੈਰਦੇ ਰਹਿੰਦੇ ਨੇ। ਜਿਹੜੇ ਦਰਿਆਵਾਂ ਦੇ ਉਲਟੀ ਦਿਸ਼ਾ ਵਿੱਚ ਤੈਰਨਾ ਸ਼ੁਰੂ ਕਰਦੇ ਨੇ ਸਾਰੀ ਉਮਰ ਪਰੇਸ਼ਾਨ ਰਹਿਣਗੇ। ਦਰਿਆ ਦੇ ਵਿੱਚੋਂ ਕਦੇ ਵੀ ਉਲਟੀ ਦਿਸ਼ਾ 'ਚ ਨਹੀਂ ਤੈਰਿਆ ਜਾ ਸਕਦਾ। ਪਰਮਾਤਮਾ ਇੱਕ ਦਰਿਆ ਹੈ, ਇਹਦੇ ਦੱਸੇ ਹੋਏ ਭਾਣੇ ਦੇ ਅਨੁਸਾਰ ਮਨੁੱਖ ਉਹਦਾ ਸ਼ੁਕਰ ਕਰਕੇ ਇਹਦੇ ਵਿੱਚ ਤਰ ਸਕਦਾ ਹੈ। ਜੇ ਭਾਣੇ ਦੇ ਉਲਟ ਚੱਲੇਗਾ, ਉਲਟ ਤੇ ਕੁਝ ਨਹੀਂ ਕਰ ਪਾਏਗਾ, ਪਰੇਸ਼ਾਨ ਹੋ ਜਾਏਗਾ। बड़े लोग अपनी जिंदगी परमात्मा के वहा दे उल्ट चलण की कोशिश करते हैं और परमात्मा नूं ये कहते हुए सुने जाते हैं, हे परमात्मा मेरी योग्यता तो बड़ी सी, मैनू घट मिलिया है। ये कदे भी जिंदगी में ना सोचना। आप जी नूं कल्लियां नूं जिंदगी में ऐसा नहीं लग रहा, जिन्ने भी जीव दुनिया ते ने सारियां नूं इवें ही लगता है मेरी योग्यता तो बड़ी सी, मैनू घट मिलिया है। हर एक मनुख एवें ही सोचता है। इस करके हसन कहता है मैनू पता है परमात्मा बड़ी विशाल बुद्धि का मालक है, जिहड़ी बुद्धि दे नाल विचारी भी नहीं जा सकती। उन्हें जो किया है वो चंगा किया है। यही गल महाराज भाई बहोड़े नूं कहंदे ने, भाई परमात्मा दे भाणे विच रहना है। जे दुख आ गया ये भी उहदा भाणा, जे जिंदगी विच कामयाबी मिल गई है इनू भी परमात्मा का भाणा ही समझना है। सुन सतगुर की सीख सुखारी, ग्रह कम
ਸਤਿਗੁਰੂ ਜੀ ਦੀ ਇਹ ਸੁੱਖ ਦੇਣ ਵਾਲੀ ਸਿੱਖਿਆ ਲੈ ਕੇ ਭਾਈ ਬਹੋੜਾ ਜੀ ਘਰ ਚਲੇ ਗਏ ਤੇ ਹਮੇਸ਼ਾ ਹੀ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰਦੇ ਨੇ। ਮੈਂ ਆਪ ਜੀ ਦੇ ਸਾਹਮਣੇ ਇੱਕ ਬੇਨਤੀ ਹੋਰ ਕਰਾਂ, ਜਿਵੇਂ ਸਾਡੇ ਗੁਰੂ ਸਾਹਿਬ ਸਾਨੂੰ ਸਿੱਖਿਆ ਇਹ ਦਿੰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ, ਇਹ ਸਿੱਖਿਆ ਹੈ। ਹੁਣ ਜਿਹੜਾ ਤੇ ਇਹਨੂੰ ਲਾਗੂ ਕਰੇਗਾ, ਇਸ ਸ਼ਬਦ ਦੇ ਵਿੱਚ ਜਿੰਨੇ ਵੀ ਫਲ ਨੇ ਉਹਨੂੰ ਮਿਲ ਜਾਣਗੇ। ਅੱਜ ਨਹੀਂ ਮਿਲਣਗੇ, ਥੋੜਾ ਕੱਲ ਨੂੰ ਮਿਲ ਜਾਣਗੇ। ਵੈਸੇ ਫਲ ਤੇ ਨਾਲੋਂ ਨਾਲ ਹੀ ਮਿਲਦੇ ਨੇ। ਮਨੁੱਖ ਆਪਣੀ ਬੁੱਧੀ ਦਾ ਦ੍ਰਿਸ਼ਟਾ ਨਹੀਂ ਹੈ ਜਿਹੜਾ ਫਲਾਂ ਨੂੰ ਵੇਖ ਸਕੇ। ਮੈਂ ਦ੍ਰਿਸ਼ਟਾ ਸ਼ਬਦ ਵਰਤਿਆ, ਇਹਦੀ ਥੋੜੀ ਗਹਿਰਾਈ ਜ਼ਿਆਦਾ ਹੈ, ਤਾਂ ਕਰਕੇ ਮੈਨੂੰ ਅੱਗੇ ਡਿਫਾਈਨ ਨਹੀਂ ਕਰਾਂਗਾ। ਭਾਵ ਮਨੁੱਖ ਆਪਣੀ ਮਨ ਨੂੰ ਨਹੀਂ ਵੇਖ ਸਕਦਾ। ਜੋ ਵੀ ਮਾੜਾ ਕਰਮ ਅੱਜ ਕੀਤਾ ਹੈ, ਫਲ ਉਹਦਾ ਹੁਣੇ ਮਿਲ ਗਿਆ ਹੈ, ਪਰ ਨਤੀਜਾ ਜਿਹੜਾ ਹੈ ਸਾਡੇ ਸਾਹਮਣੇ ਥੋੜੀ ਲੇਟ ਆਵੇਗਾ। ਪਰਮਾਤਮਾ ਦੇ ਹੁਕਮ ਦੇ ਅਨੁਸਾਰ ਫਲ ਨਾਲੋਂ ਨਾਲ ਹੀ ਮਿਲ ਜਾਂਦਾ ਹੈ। ਆਪ ਜੀ ਨੇ ਅੱਜ ਸੰਗਤ ਕੀਤੀ ਹੈ, ਫਲ ਅੱਜ ਹੀ ਮਿਲ ਗਿਆ ਹੈ। ਪਰ ਆਪ ਜੀ ਕਹੋਗੇ ਮੈਂ ਤੇ ਜ਼ਿੰਦਗੀ ਵਿੱਚ ਫਲ ਕੁਝ ਹੋਰ ਚਾਹ ਰਿਹਾ, ਉਹ ਵੱਖਰੀ ਗੱਲ ਹੈ। ਜੋ ਫਲ ਅਸੀਂ ਚਾਹ ਰਹੇ ਹਾਂ ਉਹ ਨਹੀਂ ਮਿਲਿਆ, ਉਹਦੇ ਅਨੁਸਾਰ ਤੇ ਫਲ ਨਾਲੋਂ ਨਾਲ ਹੀ ਮਿਲ ਜਾਂਦਾ ਹੈ, ਉੱਥੇ ਦੇਰੀ ਨਹੀਂ ਹੈ। ਬੜੇ ਲੋਕ ਕਹਿੰਦੇ ਨੇ ਰੱਬ ਦੇ ਘਰ ਵਿੱਚ ਦੇਰ ਹੈ, ਅੰਧੇਰ ਨਹੀਂ। ਇਹਦਾ ਮਤਲਬ ਕੁਝ ਹੋਰ ਹੈ। ਇਹਦਾ ਮਤਲਬ ਇਹ ਨਹੀਂ ਉਹ ਇਨਸਾਫ ਵਿੱਚ ਦੇਰੀ ਲਾਉਂਦਾ ਹੈ, ਨਹੀਂ। ਉਹ ਕਹਿੰਦਾ ਹੈ ਉਹਦੇ ਹੁਕਮ ਦੇ ਵਿੱਚ ਕੋਈ ਸੇ ਮਨੁੱਖ ਨੇ ਅੱਜ ਪਾਪ ਕੀਤਾ ਹੈ, ਅੱਜ ਕਿਸੇ ਦਾ ਹੱਕ ਮਾਰਿਆ ਹੈ, ਉਹਦੇ ਕਰਮ ਥੋੜੇ ਜਿਹੇ ਹਜੇ ਜ਼ਿਆਦਾ ਨੇ, ਅੱਜ ਉਹਨੂੰ ਫਲ ਨਹੀਂ ਮਿਲੇਗਾ। ਕੱਲ ਨੂੰ ਫੇਰ ਕਮਾਏਗਾ, ਪਰਸੋਂ ਫੇਰ ਕਮਾਏਗਾ, ਇੱਕ ਦਿਨ ਆਪਣੇ ਕਰਮਾਂ ਦੇ ਜਾਲ ਵਿੱਚ ਫਸ ਜਾਏਗਾ। ਫਿਰ ਲੋਕੀ ਕਹਿੰਦੇ ਨੇ ਵੇਖੋ ਕਿੰਨਾ ਮਾੜਾ ਕੀਤਾ, ਅੱਜ ਫਸ ਗਿਆ ਹੈ ਨਾ। ਪਰ ਇਹਦੀ ਸਜ਼ਾ ਲੇਟ ਕਿਉਂ ਹੋ ਗਈ? ਕਿਉਂਕਿ ਉਹਦੇ ਜਿਹੜੇ ਕਰਮ ਸਨ ਉਹਨੂੰ ਰੋਕ ਰਹੇ ਸਨ ਉਹਦੀ ਸਜ਼ਾ ਨੂੰ। ਇਸ ਕਰਕੇ ਤੇ ਮਹਾਰਾਜ ਕਹਿੰਦੇ ਨੇ ਜਦੋਂ ਮਨੁੱਖ ਦੇ ਕੋਲ ਰਾਜ ਆਉਂਦਾ ਹੈ ਨਾ, ਭਾਵੇਂ ਪੈਸੇ ਦਾ ਆਵੇ, ਭਾਵੇਂ ਰੂਪ ਦਾ ਆਵੇ, ਭਾਵੇਂ ਜਵਾਨੀ ਦਾ ਆਵੇ, ਭਾਵੇਂ ਰਾਜਨੀਤੀ ਦਾ ਆਵੇ, ਜਦੋਂ ਵੀ ਰਾਜ ਆਏਗਾ ਮਨੁੱਖ ਦੇ ਵਿੱਚ ਮਾਣ ਆ ਜਾਏਗਾ। ਜਦੋਂ ਮਾਣ ਆਏਗਾ ਮਨੁੱਖ ਫਿਰ ਜ਼ਿੰਦਗੀ ਵਿੱਚ ਡਿੱਗ ਜਾਂਦਾ ਹੈ। ਕਈ ਲੋਕ ਰਾਤ ਨੂੰ ਬੜੇ ਅਮੀਰ ਹੁੰਦੇ ਨੇ, ਦਿਨੇ ਧਰਤੀ ਤੇ ਡਿੱਗੇ ਹੁੰਦੇ ਨੇ। ਰਾਤ ਨੂੰ ਗਿਆਨੀ ਹੁੰਦੇ ਨੇ, ਦਿਨੇ ਮਹਾ ਅਗਿਆਨੀ ਹੁੰਦੇ ਨੇ। ਰਾਤੋਂ ਰਾਤ ਦੀ ਜ਼ਿੰਦਗੀ ਬਦਲ ਜਾਂਦੀ ਹੈ। ਐਸਾ ਬੜਿਆਂ ਨਾਲ ਹੋਇਆ ਹੈ। ਜਿਨ੍ਹਾਂ ਨੂੰ ਕੱਲ ਤਾਈਂ ਲੋਕ ਪੂਜਦੇ ਸਨ, ਅਗਲੇ ਦਿਨ ਲੋਕੀ ਉਹਨਾਂ ਦੇ ਨਿੰਦਿਆ ਕਰਦੇ ਸੁਣਾਈ ਦਿੰਦੇ ਨੇ। ਕਿਉਂ? ਰਾਤੋਂ ਰਾਤ ਹੀ ਕਰਮਾਂ ਦੀ ਸਜ਼ਾ ਮਿਲ ਗਈ ਜਿਹੜੇ ਪਹਿਲੇ ਕਮਾਏ ਸਨ। ਕਰਮਾਂ ਦੀ ਸਜ਼ਾ ਜ਼ਰੂਰ ਮਿਲਦੀ ਹੈ। ਬਾਣੀ ਇਹ ਕਹਿੰਦੀ ਹੈ ਕਰਮਾਂ ਦੀ ਸਜ਼ਾ ਮਿਟਦੀ ਨਹੀਂ, ਮਨੁੱਖ ਨੂੰ ਕਰਮ ਭੁਗਤਣੇ ਹੀ ਪੈਂਦੇ ਨੇ। ਤਾਂ ਹੀ ਬਾਣੀ ਕਹਿੰਦੀ ਆਪੇ ਬੀਜ ਆਪੇ ਹੀ ਖਾਓ। ਇਸ ਕਰਕੇ ਮਨੁੱਖ ਆਪਣੀ ਜ਼ਿੰਦਗੀ ਵਿੱਚ ਸੁਚੇਤ ਨਹੀਂ। ਕੋਈ ਵੀ ਕਰਮ ਜ਼ੁਬਾਨ ਕਰਕੇ, ਅੱਖਾਂ ਕਰਕੇ, ਹੱਥਾਂ ਨਾਲ ਸਪਰਸ਼ ਕਰਕੇ, ਕੰਨਾਂ ਨਾਲ ਸੁਣ ਕੇ ਮਾੜਾ ਨਾ ਕਰ ਬੈਠੀ, ਇਹਦਾ ਫਲ ਨਾਲ ਹੀ ਮਿਲ ਜਾਣਾ ਹੈ। ਮੈਂ ਬੜੀ ਵਾਰੀ ਸੋਚਦਾ ਹਾਂ, ਜਿਵੇਂ ਹਾਥੀ ਹੁੰਦਾ ਹੈ ਨਾ, ਹਾਥੀ ਦੀ ਚਮੜੀ ਦੇ ਵਿੱਚ ਇੱਕ ਛੋਟੀ ਜਿਹੀ ਪਿੰਨ ਮਾਰੋ, ਹਾਥੀ ਨੂੰ ਨਹੀਂ ਪਤਾ ਲੱਗਣਾ ਕਿ ਉਹ ਚਮੜੀ ਬੜੀ ਮੋਟੀ ਹੈ। ਹੁਣ ਕਈ ਪਿੰਨਾਂ ਇਕੱਠੀਆਂ ਕਰਕੇ ਹੁਣ ਮਾਰੋ ਹਾਥੀ ਦੇ, ਹਾਥੀ ਨਾਲ ਹੀ ਚੀਕਾਂ ਮਾਰੇਗਾ। ਕਿਉਂ? ਕਈ ਪਿੰਨਾਂ ਇਕੱਠੀਆਂ ਹੋ ਕੇ ਵੱਡਾ ਕਿੱਲ ਬਣ ਗਿਆ ਹੈ। ਇਵੇਂ ਮਨੁੱਖ ਦਾ ਜਿਹੜਾ ਮਨ ਹੈ, ਇਹ ਹਾਥੀ ਦੀ ਚਮੜੀ ਜਿਵੇਂ ਮੋਟਾ ਹੈ। ਮਾਤਾ ਭੈਂਸਾ ਅਮੂਹਾ ਜਾਏ, ਇਹ ਮੱਤ ਹੈ ਜਿਹੜੀ ਮੋਟੀ ਹੈ। ਛੋਟੀਆਂ ਛੋਟੀਆਂ ਗੱਲਾਂ ਨੂੰ, ਗੰਭੀਰ ਗੱਲਾਂ ਨੂੰ ਸਮਝਦੀ ਨਹੀਂ। ਅੱਜ ਪਾਪ ਕਰੇਗਾ, ਕਹਿੰਦਾ ਕੌਣ ਵੇਖਦਾ ਹੈ, ਵੇਖੀ ਜਾਏਗੀ, ਕੋਈ ਗੱਲ ਨਹੀਂ, ਮਾੜਾ ਮੋਟਾ ਤੇ ਚੱਲ ਹੀ ਜਾਂਦਾ ਹੈ। ਯਾਦ ਰੱਖਣਾ, ਮੰਡੂਸੀ ਦਾ ਬੀਜ ਹੁੰਦਾ ਹੈ, ਪੈਲੀ ਦੇ ਵਿੱਚ ਇੱਕ ਪਾ ਦਿਓ, 19 ਬੀਜ ਨਾਲ ਆ ਜਾਂਦੇ ਨੇ ਉਹਦੇ। ਕਣਕ ਦਾ ਬੀਜ ਇੱਕ ਪਾਓਗੇ, 19 ਨਾਲ ਉਗ ਜਾਂਦੇ ਨੇ। ਪਾਪ ਕਰਮ ਇੱਕ ਹੈ, ਉਤੋਂ 20-25 ਕਰਮ ਹੋਰ ਪੈਦਾ ਹੋ ਜਾਂਦੇ ਨੇ। ਇਸ ਕਰਕੇ ਇੱਕ ਬੀਜ ਤੋਂ ਅਨੇਕਾਂ ਬੀਜ ਉਗਦੇ ਨੇ। ਐਵੇਂ ਮਨੁੱਖ ਦੇ ਜਦੋਂ ਅੱਜ ਕਰਮ ਮਾੜਾ ਕੀਤਾ, ਕੱਲ ਨੂੰ ਕੀਤਾ, 5-4 ਸਾਲਾਂ ਦੇ ਵਿੱਚ ਉਹ ਫਿਰ ਵੱਡੇ ਰੂਪ ਵਿੱਚ ਕੋਈ ਨੁਕਸਾਨ ਹੋ ਜਾਏਗਾ। ਫਿਰ ਮਨੁੱਖ ਕਹੇਗਾ ਮੈਂ ਤੇ ਕਦੇ ਮਾੜਾ ਕੀਤਾ ਨਹੀਂ, ਪਤਾ ਨਹੀਂ ਕਿਉਂ ਹੋ ਗਿਆ। ਹੁੰਦਾ ਤੇ ਉਹੀ ਹੈ ਜੋ ਤੂੰ ਕੀਤਾ ਹੈ, ਤੈਨੂੰ ਪਤਾ ਨਹੀਂ। ਮਾੜਾ ਮਾੜਾ ਕਰਦਿਆਂ 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 ਅੱਜ ਵੱਡੇ ਰੂਪ ਵਿੱਚ ਉਹ ਸਾਹਮਣੇ ਆ ਜਾਂਦਾ ਹੈ। ਸਦਾ ਆਨੰਦ ਬਿਲੰਦ ਨਿਮਗਨ, ਗੁਰ ਚਰਨਨ ਕੀ ਲਾਗੀ ਲਗਨ। ਉਹ ਆਪਣੇ ਘਰਾਂ ਨੂੰ ਚੱਲ ਗਿਆ, ਸਦਾ ਹੀ ਪ੍ਰਸੰਨ ਰਹਿੰਦਾ ਹੈ।
ਜਿਵੇਂ ਕੋਈ ਪਿਆਸਾ ਹੋਏ ਉਹਨੂੰ ਪਾਣੀ ਮਿਲ ਜਾਏ ਨਾ ਫਿਰ ਉਹ ਬੜਾ ਖੁਸ਼ ਹੁੰਦਾ ਹੈ। ਕਿਸੇ ਭੁੱਖੇ ਨੂੰ ਰੋਟੀ ਮਿਲ ਜਾਏ ਨਾ ਬੜਾ ਖੁਸ਼ ਹੁੰਦਾ ਹੈ। ਜਿਹੜਾ ਆਤਮਾ ਦੇ ਗਿਆਨ ਦਾ ਮੁਤਲਾਸ਼ੀ ਹੈ ਨਾ, ਜੁਗਿਆਸੂ ਹੈ ਜਿਹੜਾ, ਜਦੋਂ ਉਹਨੂੰ ਆਪਣੇ ਸ਼ਬਦਾਂ ਦਾ, ਸਵਾਲਾਂ ਦਾ ਜਵਾਬ ਮਿਲ ਜਾਏ ਨਾ ਬੜਾ ਖੁਸ਼ ਹੁੰਦਾ ਹੈ। ਤੁਸੀਂ ਹੋਰ ਤੇ ਗੱਲ ਛੱਡੋ, ਕੋਈ ਪੜੋਸੀ ਕਿਤੇ ਗਿਆ ਹੋਏ ਨਾ ਤੇ ਇਹਨੂੰ ਬਿਨਾਂ ਦੱਸੇ ਚਲਾ ਜਾਏ, ਜਦੋਂ ਤੱਕ ਇਹ ਪਤਾ ਨਹੀਂ ਨਾ ਲੱਗੇਗਾ ਉਹ ਕਿੱਥੇ ਗਿਆ ਹੈ, ਇਹ ਸਵਾਲ ਅੰਦਰ ਰਗੜਦਾ ਹੀ ਰਹੇਗਾ। ਜਦੋਂ ਉਹਦਾ ਪਤਾ ਲੱਗੇਗਾ ਨਾ ਫਲਾਣੀ ਥਾਂ ਗਿਆ, ਨਾਲੋਂ ਨਾਲ ਠੰਡ ਪੈ ਜਾਏਗੀ। ਇੱਥੋਂ ਪਤਾ ਲੱਗ ਜਾਂਦਾ ਹੈ। ਇਸ ਕਰਕੇ ਜਿਹੜਾ ਸਵਾਲ ਹੁੰਦਾ ਹੈ ਨਾ, ਇਹ ਜ਼ਿੰਦਗੀ ਦੇ ਵਿੱਚ ਬੜੀ ਵੱਡੀ ਦਿੱਕਤ ਲਿਆਉਂਦਾ ਹੈ। ਜਿਹੜੇ ਜਿਗਿਆਸੂ ਹੁੰਦੇ ਨੇ, ਜਦੋਂ ਉਹਨਾਂ ਨੂੰ ਗੁਰੂ ਮਿਲ ਜਾਂਦਾ ਹੈ ਨਾ, ਉਹ ਬੜੇ ਖੁਸ਼ ਹੁੰਦੇ ਨੇ। ਉਹਨਾਂ ਦੇ ਸਵਾਲਾਂ ਦਾ ਜਵਾਬ ਮਿਲ ਜਾਏ ਬੜੇ ਖੁਸ਼ ਹੁੰਦੇ ਨੇ। ਪਰ ਜਿਗਿਆਸੂ ਕੋਈ ਵਿਰਲਾ ਹੁੰਦਾ ਹੈ। ਇਸ ਕਰਕੇ ਜਿਗਿਆਸੂ ਜਦੋਂ ਮਨੁੱਖ ਹੋਏਗਾ, ਇਹਨਾਂ ਗੱਲਾਂ ਦੀ ਸਾਰ ਉਹਨੂੰ ਉਦੋਂ ਹੀ ਹੁੰਦੀ ਹੈ। ਇਸ ਬਿਦ ਜਿਤ ਕੋ ਜਾਤ ਹੈ, ਮਿਲੇ ਸਹੋਤ ਨਿਹਾਲ। ਇਸ ਤਰ੍ਹਾਂ ਜਿਹੜੇ ਵੀ ਸਿੱਖ ਗੁਰੂ ਜੀ ਨੂੰ ਮਿਲਦੇ ਨੇ ਉਹ ਸਾਰੇ ਹੀ ਨਿਹਾਲ ਹੋ ਜਾਂਦੇ ਹਨ। ਆਨ ਵਿਰਾਜੇ ਸੁਦਾ ਸਰ, ਚਹਿਤ ਚਿਨਾਵਨ ਕਾਲ। ਹੁਣ ਗੁਰੂ ਸਾਹਿਬ ਜੀ ਗੋਇੰਦਵਾਲ ਸਾਹਿਬ ਤੋਂ ਵਾਪਸ ਅੰਮ੍ਰਿਤਸਰ ਆ ਗਏ ਨੇ। ਹੁਣ ਇਹ ਸੋਚਦੇ ਨੇ ਇਹ ਜਿਹੜਾ ਸਰੋਵਰ ਹੈ ਇਸ ਨੂੰ ਚਾਰੋਂ ਤਰਫ ਤੋਂ ਅਸੀਂ ਪੱਕਾ ਕਰਾ ਦਈਏ। ਇੱਥੋਂ ਤਾਈਂ ਦੀ ਅਥਿਕ ਅਸਾਂ ਸ਼ਰਵਣ ਕਰਾਂਗੇ। ਕੱਲ ਨੂੰ ਭਾਈ ਬਹਿਲੋ ਜੀ ਨੇ ਕਿਵੇਂ ਗੁਰੂ ਜੀ ਦੇ ਕੋਲ ਸੇਵਾ ਕਮਾਈ, ਉਹਦੇ ਬਾਰੇ ਹੁਣ ਅਸੀਂ ਕੱਲ ਨੂੰ ਵਿਚਾਰ ਕਰਾਂਗੇ। ਉਹਨੂੰ ਕੀ ਮਹਾਰਾਜ ਨੇ ਉਪਦੇਸ਼ ਦਿੱਤਾ। ਇੱਕ ਗੱਲ ਨੋਟ ਰੱਖਣਾ, ਗੁਰੂ ਜੀ ਨੇ ਜਿਹਨੂੰ ਵੀ ਉਪਦੇਸ਼ ਦਿੱਤਾ ਇੱਕੋ ਹੀ, ਜ਼ਿਆਦਾ ਉਪਦੇਸ਼ ਨਹੀਂ। ਭਾਈ ਰੱਬ ਦਾ ਜਾਪ ਜਪ, ਸਤਨਾਮ ਜਪ, ਬਸ ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ। ਤੇਰਾ ਇੱਥੇ ਵੀ ਮੁਖ ਉਜਲ ਹੋਏਗਾ, ਦਰਗਾਹ ਵਿੱਚ ਵੀ ਹੋ ਜਾਏਗਾ। ਇਹ ਉਪਦੇਸ਼ ਮਹਾਰਾਜ ਨੇ ਦਿੱਤਾ ਹੈ। ਬਹੁਤੇ ਗ੍ਰੰਥਾਂ ਦੇ ਚੱਕਰ ਵਿੱਚ ਨਹੀਂ ਪਾਇਆ, ਸਿੱਧਾ ਹੀ ਰੱਬ ਦੀ ਬੰਦਗੀ ਵਿੱਚ ਲਾਇਆ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੇ ਲਈ ਖਿਮਾ।